ਸਤਿ ਸ਼੍ਰੀ ਅਕਾਲ। ਇੰਡੀਆ ਪਲੱਸ USA ਦੇਖ ਰਹੇ ਸਭ ਦਰਸ਼ਕਾਂ ਦਾ ਮੈਂ ਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ। ਸੀਐਮ ਚਿਹਰਾ ਐਲਾਨੇ ਜਾਣ ਮਗਰੋਂ ਮਾਤਾ ਨੈਣਾ ਦੇਵੀ ਮੰਦਿਰ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ ਸੀਐਮ ਚੰਨੀ। ਆਪ ਆਗੂ ਜਰਨੈਲ ਸਿੰਘ ਦਾ ਕਾਂਗਰਸ ਤੇ ਤੰਜ, ਮੁੱਖ ਮੰਤਰੀ ਚੰਨੀ ਨੂੰ ਦੱਸਿਆ ਕਰੈਕਟਰਲੈਸ। ਰਾਹੁਲ ਗਾਂਧੀ ਨੇ ਚੰਨੀ ਨੂੰ ਸੀਐਮ ਚਿਹਰਾ ਐਲਾਨ, ਭ੍ਰਸ਼ਟ ਗਤੀਵਿਧੀਆਂ ਤੇ ਲਗਾਈ ਮੋਹਰ। ਹਰਸਿਮਰਤ ਕੌਰ ਬਾਦਲ। ਪੰਜਾਬੀਆਂ ਨੇ ਭ੍ਰਸ਼ਟ ਅਤੇ ਘੁਟਾਲਿਆਂ ਨਾਲ ਭਰੀ ਕਾਂਗਰਸ ਸਰਕਾਰ ਨੂੰ ਚਲਦਾ ਕਰਨ ਦਾ ਮਨ ਬਣਾ ਲਿਆ ਹੈ। ਸੁਖਬੀਰ ਬਾਦਲ। ਪੰਜਾਬ 'ਚ ਰੈਲੀ ਤੋਂ ਪਹਿਲਾਂ ਗਰਜੇ ਪੀਐਮ ਮੋਦੀ, ਪਾੜੋ ਅਤੇ ਰਾਜ ਕਰੋ ਕਾਂਗਰਸ ਦੇ DNA 'ਚ ਹੈ। ਵੱਡੇ ਬਾਦਲ। ਅਕਾਲੀ ਦਲ ਦਾ ਖਾਤਮਾ ਆਪਣੇ ਅੱਖੀ ਵੇਖਣਗੇ। ਭਗਵੰਤ ਮਾਨ। ਹੁਣ ਸੀਐਮ ਦੀ ਬ੍ਰਾਂਡਿੰਗ 'ਚ ਰੂਝੀ ਕਾਂਗਰਸ, ਚੰਨੀ ਕਰਦਾ ਮਸਲੇ ਹੱਲ ਗੀਤ ਕੀਤਾ। ਸੁਨਾਮ 'ਚ ਕਾਂਗਰਸ ਨੂੰ ਝਟਕਾ, ਟਿਕਟ ਕੱਟੇ ਜਾਣ ਤੋਂ ਬਾਅਦ ਨਾਰਾਜ਼ ਦਮਨ ਭਾਜਪਾ BJP 'ਚ ਹੋਈ ਸ਼ਾਮਿਲ। ਆਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਇਸ ਪਹਿਲੀ ਵੱਡੀ ਖਬਰ ਤੋਂ। ਸੀਐਮ ਚਿਹਰਾ ਐਲਾਨੇ ਜਾਣ ਮਗਰੋਂ ਮਾਤਾ ਨੈਣਾ ਦੇਵੀ ਮੰਦਿਰ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ ਸੀਐਮ ਚੰਨੀ। ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਮੁੱਖ ਮੰਤਰੀ ਚਿਹਰਾ ਐਲਾਨਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮਾਤਾ ਨੈਣਾ ਦੇਵੀ ਮੰਦਿਰ ਨਤਮਸਤਕ ਹੋਏ, ਜਿੱਥੇ ਉਹਨਾਂ ਨੇ ਮੱਥਾ ਟੇਕਦੇ ਹੋਏ ਪੂਜਾ ਵੀ ਕੀਤੀ। ਇਸ ਤੋਂ ਬਾਅਦ ਉਹ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਨਤਮਸਤਕ ਹੋਏ। ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਉਹਨਾਂ ਨੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਦੱਸ ਦਈਏ ਕਿ ਪੰਜਾਬ ਵਿੱਚ ਵਿਧਾਨ ਸਭਾ ਲਈ 20 ਫਰਵਰੀ ਨੂੰ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਤਿਆਰੀਆਂ ਵਿੱਚ ਲੱਗੀਆਂ ਹੋਈਆਂ ਹਨ। ਇਹਨਾਂ ਚੋਣਾਂ ਦੇ ਮੱਦੇਨਜ਼ਰ ਰਾਹੁਲ ਗਾਂਧੀ ਨੇ ਲੁਧਿਆਣਾ ਵਿਖੇ ਵਰਚੁਅਲ ਰੈਲੀ ਦੌਰਾਨ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਐਲਾਨਿਆ ਸੀ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਚਰਨਜੀਤ ਸਿੰਘ ਚੰਨੀ ਸ੍ਰੀ ਚਮਕੌਰ ਸਾਹਿਬ ਤੋਂ ਪੰਧੌੜ ਤੋਂ ਚੋਣ ਮੈਦਾਨ ਵਿੱਚ ਉਤਰਨਗੇ। ਸੀਐਮ ਫੇਜ਼ ਦੇ ਐਲਾਨ ਪਿੱਛੋਂ ਚਰਨਜੀਤ ਸਿੰਘ ਚੰਨੀ ਨੇ ਭਾਵੁਕ ਹੋ ਕੇ ਕਿਹਾ ਹੈ ਕਿ ਪੰਜਾਬ ਦੀ ਜਨਤਾ ਤੇ ਰਾਹੁਲ ਗਾਂਧੀ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੇ ਵਰਗੇ ਗਰੀਬ ਨੂੰ ਮੁੱਖ ਮੰਤਰੀ ਉਮੀਦਵਾਰ ਐਲਾਨਿਆ। ਚੰਨੀ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਲਈ ਨਾ ਸੌਵਾਂਗਾ ਨਾ ਸੌਣ ਦੇਵਾਂਗਾ, ਮੈਂ ਸਿਰਫ ਜਰੀਆ ਹੋਵਾਂਗਾ। ਜੋ ਨਵਜੋਤ ਸਿੰਘ ਸਿੱਧੂ ਪੰਜਾਬ ਲਈ ਕਰਨਾ ਚਾਹੁੰਦੇ ਹਨ ਉਹ ਕਰ ਸਕਦੇ ਹਨ, ਜੋ ਸੁਨੀਲ ਜਾਖੜ ਕਰਨਾ ਚਾਹੁੰਦੇ ਹਨ ਉਹ ਕਰ ਸਕਦੇ ਹਨ। ਅਸੀਂ ਸਾਰੇ ਮਿਲ ਕੇ ਪੰਜਾਬ ਨੂੰ ਅੱਗੇ ਲੈ ਕੇ ਜਾਵਾਂਗੇ। ਆਪ ਆਗੂ ਜਰਨੈਲ ਸਿੰਘ ਦਾ ਕਾਂਗਰਸ ਤੇ ਤੰਜ, ਮੁੱਖ ਮੰਤਰੀ ਚੰਨੀ ਨੂੰ ਦੱਸਿਆ ਕਰੈਕਟਰਲੈਸ। ਕਾਂਗਰਸ ਹਾਈਕਮਾਨ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੇ ਆਮ ਆਦਮੀ ਪਾਰਟੀ ਨੇ ਵੱਡੇ ਹਮਲੇ ਬੋਲੇ ਹਨ। ਆਪ ਆਗੂ ਜਰਨੈਲ ਸਿੰਘ ਨੇ ਕਿਹਾ ਹੈ ਕਿ ਇੰਨੀ ਵੱਡੀ ਕਾਂਗਰਸ 'ਚੋਂ ਹਾਈਕਮਾਨ ਵੱਲੋਂ ਸਿਰਫ ਅਜਿਹੇ ਸ਼ਖਸ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਚੁਣਿਆ ਗਿਆ ਜਿਸ ਤੇ ਮੀਟੂ ਦੇ ਦੋਸ਼ ਤੱਕ ਲੱਗ ਚੁੱਕੇ ਹਨ। ਉਹਨਾਂ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਹੀ ਕਾਂਗਰਸ ਦੀ ਪਾਰਟੀ ਤੋਂ ਕੋਈ ਆਸ ਨਹੀਂ ਬਚੀ ਸੀ, ਪਰ ਜਦੋਂ ਤੋਂ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤਾ ਹੈ ਉਦੋਂ ਤੋਂ ਹੀ ਪੰਜਾਬ ਕਾਂਗਰਸ ਦੇ ਸਾਰੇ ਆਗੂਆਂ 'ਚ ਨਿਰਾਸ਼ਾ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਿਨ੍ਹਾਂ ਨੂੰ ਪੰਜਾਬ ਦਾ ਕਾਂਗਰਸ ਦਾ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤਾ ਗਿਆ, ਜਦੋਂ ਤੋਂ ਇਹਨਾਂ ਦੇ ਨਾਂ ਦਾ ਐਲਾਨ ਹੋਇਆ ਪੰਜਾਬ ਦੇ ਲੋਕਾਂ ਨੂੰ ਤੇ ਉੱਦਾਂ ਹੀ ਕੋਈ ਆਸ ਨਹੀਂ ਬਚੀ ਸੀ, ਕਾਂਗਰਸ ਪਾਰਟੀ ਤੋਂ ਕੋਈ ਉਮੀਦ ਨਹੀਂ ਬਚੀ ਸੀ। ਪਰ ਕੱਲ ਤੋਂ ਕਾਂਗਰਸ ਦੇ ਵਿੱਚ ਵੀ ਇੱਕ, ਭਾਵੇਂ ਉਹਨਾਂ ਦੇ ਲੀਡਰ ਕਹੀਏ ਭਾਵੇਂ ਉਹਨਾਂ ਦੇ ਵੋਲੰਟੀਅਰ ਕਹੀਏ, ਸਾਰਿਆਂ ਦੇ ਵਿੱਚ ਇੱਕ ਨਿਰਾਸ਼ਾ ਦਾ ਮਾਹੌਲ ਹੈ ਕਿ ਇੰਨੀ ਵੱਡੀ ਕਾਂਗਰਸ ਦੇ ਵਿੱਚ ਸਿਰਫ ਇੱਕ ਇਹੋ ਜਿਹਾ ਸ਼ਖਸ ਜਿਹਦੇ ਤੇ ਰੇਤ ਮਾਫੀਆ ਚਲਾਉਣ ਦੇ ਤੇ ਨਾਲ ਹਰ ਤਰੀਕੇ ਦੇ ਗੈਰ ਕਾਨੂੰਨੀ ਕੰਮ ਕਰਨ ਦੇ ਮੀਟੂ ਤੱਕ ਦੇ ਆਰੋਪ ਲੱਗੇ ਨੇ। ਸ਼ਾਇਦ ਕਾਂਗਰਸ ਦੇ ਵਿੱਚ, ਸ਼ਾਇਦ ਨਹੀਂ ਮੈਂ ਤਾਂ ਕਹਿੰਦਾ ਪੁਖਤਾ ਤੌਰ ਤੇ ਕਾਂਗਰਸ ਦੇ ਵਿੱਚ ਕਰੈਕਟਰਲੈਸ ਹੋਣਾ, ਕਰਪਟ ਹੋਣਾ ਇੱਕ ਕਿਸਮ ਦੀ ਕੁਆਲੀਫਿਕੇਸ਼ਨ ਬਣ ਗਈ ਹੈ। ਜੇ ਤੁਹਾਨੂੰ ਕੋਈ ਕਾਬਲੀਅਤ ਚਾਹੀਦੀ ਹੈ ਤਾਂ ਤੁਹਾਡੇ ਵਿੱਚ ਇਹ ਕੁਆਲੀਫਿਕੇਸ਼ਨ ਹੋਣਾ ਜ਼ਰੂਰੀ ਹੈ। ਆਪਾਂ ਸਾਰਿਆਂ ਨੇ ਵੇਖਿਆ ਕਿਸ ਤਰੀਕੇ ਪਿਛਲੇ ਦਿਨਾਂ ਵਿੱਚ ਮੁੱਖ ਮੰਤਰੀ ਸਾਹਿਬ ਦੇ ਭਾਣਜੇ ਦੇ ਘਰ ਰੇਡ ਪਈ। ਈਡੀ ਦੀ ਰੇਡ ਤੋਂ ਵੱਡਾ ਕੋਈ ਪ੍ਰਮਾਣ ਨਹੀਂ ਹੋ ਸਕਦਾ। ਉਹਨਾਂ ਨੂੰ ਉਸ ਤੋਂ ਬਾਅਦ ਗ੍ਰਿਫਤਾਰ ਵੀ ਕੀਤਾ ਗਿਆ। ਰੇਡ ਵਿੱਚ ਕਰੋੜਾਂ ਰੁਪਏ ਉਹਨਾਂ ਦੇ ਘਰੋਂ ਬਰਾਮਦ ਹੋਏ ਤੇ ਕਰੋੜਾਂ ਰੁਪਏ ਦੀ, ਸੈਂਕੜਾ ਕਰੋੜ ਰੁਪਏ ਦੀ ਪ੍ਰਾਪਰਟੀ ਤੇ ਹੋਰ ਚੀਜ਼ਾਂ ਬਰਾਮਦ ਹੋਈਆਂ। ਮੈਨੂੰ ਲੱਗਦਾ ਸੀ ਕਿ ਸ਼ਾਇਦ ਉਸ ਘਟਨਾ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਜੀ ਸ਼ਰਮ ਦੇ ਮਾਰੇ ਆਪ ਹੀ ਇਸਤੀਫਾ ਦੇ ਦੇਣਗੇ, ਪਰ ਜੋ ਕੱਲ ਕਾਂਗਰਸ ਦੀ ਹਾਈਕਮਾਂਡ ਨੇ ਕੀਤਾ ਉਹਨੂੰ ਲੈ ਕੇ ਸਾਰੇ ਪੰਜਾਬ ਵਿੱਚ ਬਹੁਤ ਹੀ ਨਿਰਾਸ਼ਾ ਦਾ ਮਾਹੌਲ ਹੈ। ਅਖੀਰ ਫੈਸਲਾ 20 ਤਰੀਕ ਨੂੰ, 20 ਫਰਵਰੀ ਨੂੰ ਪੰਜਾਬ ਦੇ ਲੋਕਾਂ ਨੇ ਕਰਨਾ ਹੈ ਤੇ ਪੰਜਾਬ ਦੇ ਲੋਕ ਮਨ ਬਣਾਈ ਬੈਠੇ ਨੇ। ਹੁਣ ਭਾਵੇਂ ਚੰਨੀ ਸਾਹਿਬ ਜਿੰਨਾ ਮਰਜ਼ੀ ਕਹਿੰਦੇ ਰਹਿਣ ਕਿ ਮੈਂ ਆਪਣੇ ਨਾਂ ਤੇ ਆਪਣੀ ਵੋਟੀ ਦੇ ਨਾਂ ਤੇ ਕੋਈ ਪ੍ਰਾਪਰਟੀ ਨਹੀਂ ਲਾਂਗਾ, ਤੇ ਪ੍ਰਾਪਰਟੀ ਲੈਣ ਦੀ ਲੋੜ ਵੀ ਕੀ ਹੈ। ਜਿਨ੍ਹਾਂ ਦੇ ਰਿਸ਼ਤੇਦਾਰ 4 ਮਹੀਨੇ ਦੀ ਸਰਕਾਰ ਦੇ ਅੰਦਰ ਸੈਂਕੜਾ ਕਰੋੜ ਰੁਪਏ ਇਕੱਠਾ ਕਰ ਲੈਣ ਤੇ ਆਪਣੇ ਨਾਂ ਤੇ ਪ੍ਰਾਪਰਟੀ ਲੈਣ ਦੀ ਉਸ ਤੋਂ ਬਾਅਦ ਕੋਈ ਲੋੜ ਵੀ ਨਹੀਂ ਰਹਿੰਦੀ। ਪੰਜਾਬ ਦੇ ਲੋਕ
ਪੂਰੇ ਤਰੀਕੇ ਨਾਲ ਬਦਲਾ ਲੈ ਕੇ ਆਉਣ ਦਾ ਮਨ ਬਣਾਈ ਬੈਠੇ ਨੇ ਤੇ ਉਹਦੇ ਚੱਲਦੇ ਸਾਰੀ ਕਾਂਗਰਸ ਇਸ ਟਾਈਮ ਘਬਰਾਈ ਪਈ ਹੈ। ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਨਾਲ ਕੋਈ ਫਰਕ ਨਹੀਂ ਪਿਆ। ਆਮ ਆਦਮੀ ਪਾਰਟੀ ਦੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਹੋਰ ਵਧਿਆ ਕਿਉਂਕਿ ਇੱਕ ਪਾਸੇ ਉਹ ਸ਼ਖਸ ਹੈ ਜਿਹਨੇ ਪੰਜਾਬ ਦੇ ਹੱਕ ਦੀ ਲੜਾਈ, ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਦੇਸ਼ ਦੀ ਸੰਸਦ ਵਿੱਚ ਆਏ ਦਿਨ ਆਵਾਜ਼ ਚੱਕੀ ਹੈ ਤੇ ਦੂਜੇ ਪਾਸੇ ਉਹ ਸ਼ਖਸ ਹੈ ਜਿਹਨੇ ਪੰਜਾਬੀਆਂ ਦਾ ਨਾਂ ਖਰਾਬ ਕੀਤਾ ਹੈ। ਰੇਤਾ ਮਾਫੀਆ, ਨਸ਼ਾ ਮਾਫੀਆ ਤੇ ਹਰ ਤਰੀਕੇ ਦੇ ਕ੍ਰਾਈਮ ਨੂੰ ਵਧਾਵਾ ਦਿੱਤਾ ਹੈ ਤੇ 20 ਤਰੀਕ ਨੂੰ ਪੰਜਾਬ ਦੇ ਲੋਕ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਨੂੰ ਮੈਜੋਰਟੀ ਦੇ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਜਾ ਰਹੇ ਨੇ। ਬਹੁਤ ਬਹੁਤ ਧੰਨਵਾਦ। ਦੇਖੋ, ਹਰ ਤਰੀਕੇ ਨਾਲ ਸਰਕਾਰ ਦਾ ਕਿਸ ਤਰੀਕੇ ਦੁਰਉਪਯੋਗ ਕੀਤਾ ਜਾ ਸਕਦਾ ਹੈ ਇਹ ਇਸ ਇਲੈਕਸ਼ਨ ਵਿੱਚ ਵੇਖਣ ਨੂੰ ਮਿਲ ਰਿਹਾ। ਸਾਡੇ ਬਹੁਤ ਸਾਰੇ ਉਮੀਦਵਾਰਾਂ ਵੱਲੋਂ ਇਹ ਸ਼ਿਕਾਇਤ ਆਉਂਦੀ ਹੈ ਪਰ ਹੁਣ ਬਹੁਤ ਦਿਨ ਨਹੀਂ ਰਹਿ ਗਏ। ਅੱਜ ਮੈਨੂੰ ਲੱਗਦਾ 2 ਹਫ਼ਤੇ ਵੀ ਸਾਰੇ ਨਹੀਂ ਰਹਿ ਗਏ ਤੇ ਜਿੱਥੇ ਇੰਨਾ ਟਾਈਮ ਲੱਗ ਗਿਆ ਮੈਨੂੰ ਲੱਗਦਾ 2 ਹਫ਼ਤੇ ਵੀ ਲੰਘ ਜਾਣਗੇ ਤੇ ਉਸ ਤੋਂ ਬਾਅਦ ਇੱਕ ਇੱਦਾਂ ਦੀ ਸਰਕਾਰ ਬਣੇਗੀ ਜੋ ਆਮ ਲੋਕਾਂ ਵਾਸਤੇ ਕੰਮ ਕਰੇਗੀ ਜਿੱਦਾਂ ਦਿੱਲੀ ਵਿੱਚ ਹੋ ਰਿਹਾ। ਰਾਹੁਲ ਗਾਂਧੀ ਨੇ ਚੰਨੀ ਨੂੰ ਸੀਐਮ ਚਿਹਰਾ ਐਲਾਨ, ਭ੍ਰਸ਼ਟ ਗਤੀਵਿਧੀਆਂ ਤੇ ਲਗਾਈ ਮੋਹਰ। ਹਰਸਿਮਰਤ ਕੌਰ ਬਾਦਲ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਹੈ ਕਿ ਕਾਂਗਰਸ ਹਾਈ ਕਮਾਂਡ ਅਤੇ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਐਲਾਨ ਕੇ ਉਹਨਾਂ ਦੀਆਂ ਭ੍ਰਸ਼ਟ ਗਤੀਵਿਧੀਆਂ ਤੇ ਪ੍ਰਵਾਨਗੀ ਦੀ ਮੋਹਰ ਲਗਾ ਦਿੱਤੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੱਕ 'ਚ ਲੰਬੀ ਅਤੇ ਬੁਢਲਾਡਾ ਵਿਖੇ ਡਾਕਟਰ ਨਿਸ਼ਾਨ ਸਿੰਘ ਦੇ ਹੱਕ 'ਚ ਚੋਣ ਪ੍ਰਚਾਰ ਕਰ ਰਹੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਭਾਵੇਂ ਮੁੱਖ ਮੰਤਰੀ ਦੇ ਭਤੀਜੇ ਕੋਲੋਂ 10 ਕਰੋੜ ਰੁਪਏ ਦੀ ਨਾਜਾਇਜ਼ ਜਾਇਦਾਦ ਬਰਾਮਦ ਹੋਈ ਹੈ, ਜਿਸ ਨੇ ਇਹ ਵੀ ਕਬੂਲ ਕੀਤਾ ਹੈ ਕਿ ਇਹ ਰੇਤ ਮਾਫੀਆ ਤੋਂ ਮਿਲੇ ਪੈਸਿਆਂ ਵਿੱਚ ਤਨਾਇਤੀਆਂ ਅਤੇ ਤਬਾਦਲੇ ਲਈ ਮਿਲੀ ਰਿਸ਼ਵਤ ਸੀ, ਕਾਂਗਰਸ ਹਾਈ ਕਮਾਂਡ ਨੇ ਉਸ ਨਾਲ ਖੜੇ ਹੋਣ ਦਾ ਫੈਸਲਾ ਕੀਤਾ ਹੈ। ਇਹ ਹਾਈ ਕਮਾਂਡ ਦੇ ਨਾਲ ਗਾਂਧੀ ਪਰਿਵਾਰ ਦੀ ਇਮਾਨਦਾਰੀ ਤੇ ਵੀ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ, ਜਿਸ ਨੇ ਇੱਕ ਭ੍ਰਸ਼ਟ ਮੁੱਖ ਮੰਤਰੀ ਨੂੰ ਦਿਲੋਂ ਸਮਰਥਨ ਦੇਣਾ ਚੁਣਿਆ ਹੈ। ਅਰੈਸਟ ਮਿਲ ਜਾਂਦਾ ਇੱਥੇ ਕਰਕੇ ਘਰੇ ਟਿਕ ਕੇ ਬੈਠਦੇ ਨਹੀਂ। ਤੁਹਾਡੇ ਸਾਰਿਆਂ ਨਾਲ ਪਿਆਰ ਹੀ ਇੰਨਾ ਹੈ ਕਿ ਜੇ ਕਹੀਏ ਵੀ ਕਿ ਠੰਡ ਹੈ ਨਾ ਜਾਓ ਫੇਰ ਵੀ ਜਾਈ ਜਾਂਦੇ ਨੇ। ਸੋ ਅੱਜ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ, ਇੱਕ ਵਾਰ ਫੇਰ ਚੋਣਾਂ ਦਾ ਉਤਸਵ ਆਪਾਂ ਕਹਿ ਸਕਦੇ ਹਾਂ, ਮਾਹੌਲ ਹੈਗਾ। ਹਰ ਪਾਰਟੀ ਤੁਹਾਡੇ ਕੋਲ ਆਊਗੀ ਤੇ ਤੁਸੀਂ ਆਪਣੇ 5 ਸਾਲ ਦਾ ਭਵਿੱਖ ਦਾ ਗੱਲ ਨਹੀਂ, ਮੈਂ ਕਹਿ ਸਕਦੀ ਹਾਂ ਪੰਜਾਬ ਦੇ ਤੇ ਆਪਣੇ 5 ਸਾਲਾਂ ਦਾ ਹੀ ਨਹੀਂ ਲੇਕਿਨ ਆਉਣ ਵਾਲੇ ਸਮੇਂ ਦਾ ਆਪਾਂ ਫੈਸਲਾ ਕਰਦੇ ਹਾਂ। ਤੇ ਲੋੜ ਹੈ ਕਿ ਇਸ ਸਮੇਂ 'ਚ ਜਿੱਥੇ ਹਰੇਕ ਆ ਕੇ ਬਹੁਤ ਵੱਡੀਆਂ ਗੱਲਾਂ ਕਰਦੇ ਨੇ ਲੇਕਿਨ ਉਹਨਾਂ ਦੇ ਕੀਤੇ ਹੋਏ ਕੰਮਾਂ ਦੇ ਆਧਾਰ 'ਚ ਜੇ ਆਪਾਂ ਫੈਸਲੇ ਕਰੀਏ ਤਾਂ ਹਮੇਸ਼ਾ ਸਾਡੇ ਫੈਸਲੇ ਬਿਲਕੁਲ ਸਹੀ ਰਹਿਣਗੇ। ਕਾਂਗਰਸ ਦੇ ਪਿਛਲੇ 5 ਸਾਲਾਂ 'ਚ ਕੋਈ ਇਹੋ ਜਿਹਾ ਵਰਗ ਨਹੀਂ, ਭਾਵੇਂ ਗਰੀਬ ਹੋਏ, ਭਾਵੇਂ ਕਿਸਾਨ ਹੋਏ, ਭਾਵੇਂ ਮਜ਼ਦੂਰ ਹੋਏ, ਦੁਕਾਨਦਾਰ ਹੋਏ, ਹਰੇਕ ਵਰਗ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ ਕਿਉਂਕਿ 5 ਸਾਲ ਪਹਿਲੇ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਪਾਰਟੀ ਨੇ ਇਹੋ ਜਿਹੀ ਪ੍ਰਥਾ ਪੰਜਾਬ 'ਚ ਸ਼ੁਰੂ ਕੀਤੀ ਜਿਹੜਾ ਸ਼ਾਇਦ ਦੇਸ਼ 'ਚ ਕਿਤੇ ਨਹੀਂ ਸੀ ਕਿ ਇੱਕ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਉਹ ਗੁਟਕਾ ਸਾਹਿਬ ਨੂੰ ਹੱਥ 'ਚ ਫੜ ਕੇ ਜਦ ਸਹੁੰ ਖਾਂਦਾ ਹੈ ਤੇ ਲੋਕੀ ਉਹਦੇ ਤੇ ਵਿਸ਼ਵਾਸ ਕਰਦੇ ਨੇ ਕਿਉਂਕਿ ਉਹ ਬਣਨ ਲੱਗਿਆ ਹੈਗਾ ਸੂਬੇ ਦਾ ਮੁੱਖ ਮੰਤਰੀ। ਹੁਣ ਕੋਈ ਇਸ ਗੱਲ ਦਾ ਅਹਿਸਾਸ ਵੀ ਨਹੀਂ ਕਰ ਸਕਦਾ ਸੀ ਕਿ ਜਿਹੜੇ ਗੁਟਕਾ ਸਾਹਿਬ ਦੀ ਸਹੁੰ ਖਾ ਰਹੇ ਨੇ ਕਿ ਸਾਡੇ ਬੱਚਿਆਂ ਨੂੰ ਘਰ 'ਚ ਨੌਕਰੀ ਦੇਣਗੇ, ਫਾਰਮ ਭਰਾਏ ਨੇ, ਕਰਜ਼ਾ ਮਾਫ ਕਰਨਗੇ, ਸਾਡੀ ਪੈਨਸ਼ਨ 2500 ਕਰ ਦੇਣਗੇ, ਬੇਰੋਜ਼ਗਾਰੀ ਭੱਤਾ ਦੇਣਗੇ, ਮੋਬਾਈਲ ਫੋਨ ਦੇਣਗੇ, ਸਾਡੇ ਸ਼ਗਨ 51,000 ਕਿ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਾਂਗਰਸੀ ਕਹਿ ਰਹੇ ਨੇ। ਇਹ ਕਿਵੇਂ ਹੋ ਸਕਦਾ ਕਿ ਇਹ ਨਹੀਂ ਹੋਗਾ? ਸਾਨੂੰ ਇਹ ਬਾਦਲ ਸਾਹਿਬ ਨੂੰ ਦੇਖਦੇ ਹੋ ਹਰੇਕ ਨੂੰ ਵਿਸ਼ਵਾਸ ਸੀਗਾ ਕਿ ਹਾਂ ਵੀ ਮੁੱਖ ਮੰਤਰੀ ਜੋ ਕਹਿੰਦਾ ਹੈਗਾ ਉਹ ਕਰਕੇ ਦਿਖਾਉਂਦਾ ਹੈਗਾ ਲੇਕਿਨ 5 ਸਾਲ ਬੀਤਣ ਤੋਂ ਬਾਅਦ ਹਰ ਵਰਗ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਕਿਉਂਕਿ ਇੱਕ ਵੀ ਵਾਅਦਾ ਨਹੀਂ, ਸਾਰੇ ਵਾਅਦਿਆਂ ਵਿੱਚੋਂ ਜਿੰਨੇ ਕੀਤੇ ਸੀ ਉਹਨਾਂ ਵਿੱਚੋਂ ਇੱਕ ਪੂਰਾ ਕੀ ਕਰਨਾ ਜਿਹੜਾ ਬਾਦਲ ਸਾਹਿਬ ਦਿੰਦੇ ਸੀ ਉਹ ਸਹੂਲਤਾਂ ਵੀ ਤੁਹਾਡੇ ਤੋਂ ਖੋਹ ਲਿੱਤੀਆਂ। ਤੇ ਇਸ ਗੱਲ ਦਾ ਜਿੱਥੇ ਪੰਜਾਬ ਭਰ 'ਚ ਲੋਕਾਂ ਵਿੱਚ ਰੋਸ ਹੈ ਲੇਕਿਨ ਦੁੱਖ ਵੀ ਹੈਗਾ ਤੇ ਕਾਂਗਰਸੀ ਲੋਕਾਂ ਨੂੰ ਗੁੰਮਰਾਹ ਕਰਨ 'ਚ ਇੰਨੇ ਸ਼ਾਤਰ ਹੈਗੇ ਕਿ ਹੁਣ ਇੱਕ ਮੁੱਖ ਮੰਤਰੀ ਨੂੰ ਲਾ ਕੇ ਦੂਜੇ ਨੂੰ ਬਿਠਾਤਾ ਤੇ ਕਹਿੰਦੇ ਜੀ ਸਾਡੇ 100 ਦਿਨਾਂ ਦਾ ਹਿਸਾਬ ਕਿਤਾਬ ਦੇ ਦਿਓ। ਇਹ ਆਪਾਂ ਭੁੱਲ ਜਾਈਏ ਕਿ ਬਾਕੀ ਸਾਰੇ ਤੁਸੀਂ ਆਪ ਦਾ ਕੁੜਤਾ ਸਫੇਦ ਵਾਲਾ ਲਾ ਕੇ ਅੱਜ ਪੀਲਾ ਵਾਲਾ ਪਾ ਲਿਓ ਤਾਂ ਕੀ ਸਰੀਰ ਬਦਲ ਜਾਂਦਾ ਹੈ? ਇੱਕ ਮੁੱਖ ਮੰਤਰੀ ਨੂੰ ਲਾਤਾ ਤੇ ਹੁਣ ਚੰਨੀ ਜਿਹੜਾ ਮੰਤਰੀ ਸੀ ਉਹਨੂੰ ਮੁੱਖ ਮੰਤਰੀ ਬਣਾਤਾ ਮਜਬੂਰੀ 'ਚ ਤੇ ਹੁਣ ਸਾਰਾ ਕੁਝ ਕਾਂਗਰਸ ਦਾ ਸਾਰਾ ਦੁੱਧ ਤੇ ਧੁੱਟ ਗਿਆ। ਤੇ ਅੱਜ ਜੇ ਆਪਾਂ ਚੰਨੀ ਸਾਹਿਬ ਦੀ ਗੱਲ ਕਰ ਲਈਏ ਜਿਹੜੇ ਕਹਿੰਦੇ ਸੀ ਮੈਂ ਤਾਂ ਬਹੁਤ ਗਰੀਬ ਪਰਿਵਾਰ ਤੋਂ, ਮੈਂ ਗਰੀਬੀ ਨੇੜੇ ਹੋ ਕੇ ਦੇਖੀ ਹੈ, ਮੈਂ ਗਰੀਬਾਂ ਦਾ ਹੱਲ ਕਰਾਂਗਾ। 5 ਮਹੀਨੇ ਹੋ ਗਏ ਨੇ
पंजाब के किसी कोने च कि बाला दूर जाते नहीं। अज थानू ही पुछ लैंदे आ कि पिछले 4 महीनों च चन्नी साहब ने जिहड़े कहंदे चन्नी करदा मसले हल, एक मसला दस दो थोड़े पिंड दे एक बंदे दा जे चन्नी ने हल किया होया। एक मसला जे उत्थे थोड़े पैसिਆਂ ਦੇ ਨਾਲ ਵੱਡੇ ਸਾਰੇ इश्तिहार कदे टीवी चैनल च या कदे सारे पंजाब च बोर्ड लगाए हुए ने, चन्नी ने दिते गरीबां नूं 5-5 मरले दे प्लॉट। हैगा कोई गरीब इत्थे? मिल गए बीबी जी सारिਆਂ ਨੂੰ 5 मरले किसे ਨੂੰ नहीं, सारे पंजाब। कोई रिश्तेदार ਤੁਹਾਡਾ ਹੈਗਾ ਨਾਲ ਦੇ ਪਿੰਡ 'ਚ, ਗਵਾਂਢ ਦੇ ਸੂਬੇ 'ਚ, ਹਲਕੇ 'ਚ ਕਿਤੇ ਦੇਖਿਆ ਕਿਸੇ ਰਿਸ਼ਤੇਦਾਰ ਨੂੰ 5 ਮਰਲੇ? ਕਿਸੇ ਨੂੰ ਨਹੀਂ ਮਿਲਾ। लेकिन जिस करोड़ों रुपया दे नाल जिथे थानू प्लॉट मिल सकते सी ना, वो कले इश्तिहार च कटदा कि 5-5 मरले प्लॉट गरीबां नू वंडते चन्नी ने। वाह भी, वो किथे गरीब दा कोई लभ्या नहीं। चन्नी आप दा ढोल बजाई जा रहा कि मैं गरीबां दा हमैती हां। फिर इश्तिहार कटदा 36,000 मुलाजिम पक्के करते। कोई थोड़े जान पहचान च 36,000 छड्डो, एक मुलाजिम हैगा जिहड़ा पक्का हो गया चन्नी दे आने तो बाद। नहीं, वो मुलाजिम जिहड़े जाने चंदी दे कोल की सानू पक्का करदे हैं, डांगा नाल कुटदे होए तुसी देखिया हर टीवी चैनल च किवें डांगा नाल मुलाजमा कोई टैंकी च चढ़िया, कोई पानी च छालिया, कोई ओदे मुख्यमंत्री नवाज डांगा नाल उन्हां दी सेवा करदे ने। ये पक्के करन दी गल करदा है। फिर कहंदा कि किसानां नू ढुकदा मुआवजा। मैं कहंदी हुण इत्थे कदे गड़े पैंदे ने, हुणे नरमे दा किन्ना वड्डा नुकसान होया। ना मजदूर ना किसान जिहड़ा एक भी कह सकदा है कि साडे खाते च दवानी भी भेजी। फिर चन्नी ने किहड़ा मसला हल कीता है? गरीब परिवार ते हुण भावें ओहदे करोड़ां दे मकान है, करोड़ां दी गड्डियां हैगियां, कहंदा मैं गरीब आ, लेकिन गरीबां दा की मसला हल कीता? बई गरीब होण दे नाते तुहाडा किहड़ा मसला हल होया है? चन्नी करदा मसले हल तुहाडे नहीं। चन्नी बन गया मुख्यमंत्री ते मसला उन्हें कर लेता अपना हल। चन्नी दे एक रिश्तेदार दे घर च एक दिन रेड पई। थानू पता ओदे रिश्तेदार दे घरों की मिलिया? 11 करोड़ रुपए नकद, 12 लाख दी तक घड़ी सोना ते 56 करोड़ रुपए दी बेनामी जमीना दे कागजात। आ गरीब चन्नी ते ओ जिदे करे ओदे जिहड़े रिश्तेदार दे घरों फड़े गए ना, एक दिन च आ फड़िया गया, पूरे टब्बर ने 111 दिन च किन्ना कमा लिया, वो अंदाजा तुसी खुद ही लगा लियो। ते ओ रिश्तेदार चन्नी दा रिश्तेदार हनी जिदे कोलों इन्ना सारा मनी फड़ा गया हैगा, वो कहंदा असी बदलियां ट्रांसफर ते रेते विचों आ पैसे कमांदे सी। रेता खा गए पंजाब दा, जेब आप दिया भर गए, तुसी उत्थे दे उत्थे रह गए। जे किसी अफसर नू बदली करना है, पहले पैसे कढ़ तां बदली होगी। ते 11 करोड़ एक दिन च कमा गया, 111 दिन च किन्ने हजार कमा गया। ताही तां तुसी उत्थे बैठे हो ते चन्नी साहब किथे उड़दे फिरदे ने। ते अज कांग्रेस कहंदी हुण इहनू 5 साल होर मौका दिओ ताकि बची कुची जिहड़ी कसर रह गई वो भी पंजाब नू लुट के खा जाण। सो अफसोस की गल की है, कांग्रेसियां ने सिखाता कि अज पंजाब च आके जो मर्जी लारे ला दिओ, भोले भाले जनता थोड़ी गल्लां दे मगर लग जाते हैं। एक होर महाचोर आया दिल्लीओं, केजरीवाल। ਇਹਦਾ ਇੰਨਾ शातर बंदा है, मुख्यमंत्री तो दिल्ली का हैगा, लेकिन दिल्ली च नहीं टिक के रहिंदा। कदे जी उत्तराखंड भज गया, कदे गोवा भज गया, कदे यूपी, जिथे चोणां होंदियां ने उत्थे भज जांदा है। क्यों? क्योंकि इहने एक नवा धंधा कर लिया। जिथे जांदा है अपनी पार्टी नूं खड़े करके, फिर जिहड़ा उम्मीदवार उस तो पहले पैसे कटदा है। पहले तो तुसीं कमाई कर लो भी अपनी टिकटां बेचो, ਉਹਦੇ ਬਾਅਦ फिर पूरा प्रचार करके हुण दिल्ली दे पैसिਆਂ ਦੇ ਨਾਲ ਅੱਜ प्रचार ਤੁਹਾਡੇ मोबाइल फोन 'ਚ भी मैसेज आऊगा, ਤੁਹਾਡੇ ਟੈਲੀਵਿਜ਼ਨ ਚੈਨਲ 'ਚ भी इश्तिहार ते ਇੰਨੇ ਵੱਡੇ ਵੱਡੇ ਲਾਰੇ ਪੰਜਾਬ ਦੇ ਲੋਕਾਂ ਨੂੰ। ਪੰਜਾਬ ਦੇ ਲੋਕਾਂ ਨੂੰ ਕਦੇ ਕਹਿੰਦਾ ਮੈਂ ਤੁਹਾਡੇ ਖਾਤੇ 'ਚ ਪੈਸੇ ਭੇਜਾਂਗਾ, ਕਦੇ ਕਹਿੰਦਾ ਮੈਂ ਬਿਜਲੀ ਮਾਫ ਕਰ ਦਾਂਗਾ, ਵੱਡੇ ਵੱਡੇ ਲਾਰੇ। ਤੇ ਵੱਡੀ ਗੱਲ ਕੀ ਹੈ ਅਸਲੀ 'ਚ? ਵੱਡੀ ਗੱਲ ਆ ਹੈਗੀ ਕਿ ਦਿੱਲੀ 'ਚ ਜਿੱਥੇ 8 ਸਾਲ ਉਹਦੀ ਸਰਕਾਰ ਹੈਗੀ, ਉੱਥੇ ਨਾ ਕਿਸੇ ਦੇ ਖਾਤੇ 'ਚ ਪੈਸੇ ਜਾਂਦੇ ਨੇ, ਨਾ ਕਿਸੇ ਨੂੰ 300 यूनिट बिजली माफ होंदे ने। ते जिहड़ा दिल्ली मॉडल कहंदा इत्थे पंजाब 'ਚ चलाना चाहता है केजरीवाल मॉडल, केजरीवाल मॉडल हैगा कि किसी नूं आटा दाल नहीं मिलता, उत्थे सारे तुहाडे कार्ड कट्टे जाणगे जिस दिन झाड़ू नूं वोट पाई। किसी बुजुर्ग नूं पेंशन नहीं मिलती, जिस दिन झाड़ू नूं वोट पाई तुहाडी पेंशन इन्हां दी सरकार बनन सार सारी कट। ते ना ही किसी धी नूं शगन दे चेक आंदे ने, शगन दी स्कीम दी सारी राह दे। कांग्रेस ने जिहड़ा कीता इस तो वध केजरीवाल कर जाऊगा। सारा कुछ बंद करके अदालत च हलफनामा दिता होया हैगा कि पंजाब दा पानी दिल्ली नूं चाहीदा है। ते एक एक किसान नूं महीने बादल साहब दी तरह मोटरां दे बिल माफ नहीं कीते,
25-25 ਹਜ਼ਾਰ ਹਰ ਮਹੀਨੇ ਮੋਟਰ ਦੇ ਬਿੱਲ ਆਉਂਦੇ ਨੇ ਤੇ ਨਾਲੇ ਅਦਾਲਤ 'ਚ ਲੜਾਈ ਲੜ ਰਿਹਾ ਕਿ ਪੰਜਾਬ ਦਾ ਬਾਕੀ ਪਾਣੀ ਵੀ ਦਿੱਲੀ ਨੂੰ ਚਾਹੀਦਾ ਹੈ। ਆ ਮਾੜੀ ਮੋਟੀ ਜਿਹੜੀ ਮੋਟਰਾਂ ਵਿੱਚ ਪਾਣੀ ਆਉਂਦਾ ਉਹ ਵੀ ਸਾਰਾ ਲੈ ਕੇ ਤੁਰ ਜੂਗਾ। ਇਹ ਤਾਂ ਵੱਡਾ ਪਾਣੀ ਚੋਰ ਹੈਗਾ, ਪੰਜਾਬ ਨੂੰ ਇਹੋ ਜਿਹਾ ਠੱਗੂਗਾ ਕਿ ਅਸੀਂ ਮੁੜ ਕੇ ਖੜੇ ਨਹੀਂ ਹੋ ਸਕਾਂਗੇ। ਲੇਕਿਨ ਸਾਡੇ ਭੋਲੇ ਭਾਲੇ ਲੋਕੀ ਕਈ ਵਿੱਚ ਆ ਕੇ ਕਹਿ ਜਾਂਦੇ ਆ ਕੇਜਰੀਵਾਲ ਦਾ। ਅੱਜ ਮੈਨੂੰ ਵੀ ਸਵੇਰੇ ਰਿਕਾਰਡਡ ਮੈਸੇਜ ਮੇਰੇ ਮੋਬਾਈਲ 'ਚ ਆਇਆ ਤੇ ਸ਼ੁਰੂਆਤ ਕੀ ਕਰਦਾ ਹੈ, ਮੈਂ ਅਰਵਿੰਦ ਕੇਜਰੀਵਾਲ ਬੋਲ ਰਿਹਾ, ਤੁਸੀਂ ਕਾਂਗਰਸੀਆਂ ਨੂੰ ਦੇਖ ਲਿਆ, ਤੁਸੀਂ ਅਕਾਲੀਆਂ ਨੂੰ ਇੱਕ ਮੌਕਾ 'ਚ ਸਾਡਾ ਪਾਣੀ ਲੁੱਟ ਕੇ ਲੈ ਜਾਊਗਾ। ਸਹੂਲਤਾਂ ਬੰਦ 5 ਸਾਲ ਸਾਡੇ ਵਾਸਤੇ ਤਾਂ ਬਹੁਤ ਵੱਡੇ ਹੁੰਦੇ, ਤੂੰ ਤਾਂ ਇੱਕ ਮੌਕਾ ਆਪਣਾ ਦਾਅ ਲਾ ਕੇ ਤੁਰ ਜਾਊਗਾ। ਜਿਵੇਂ ਕੈਪਟਨ ਤੁਰ ਗਿਆ, ਕਹਿੰਦਾ ਸੀ ਇੱਕ ਮੌਕਾ, ਹੁਣ ਕੈਪਟਨ ਦਾ ਦਾਅ ਲੱਗ ਗਿਆ, ਤੁਰ ਗਿਆ। ਸੋ ਮੈਂ ਆਹੀ ਬੇਨਤੀ ਤੁਹਾਨੂੰ ਕਰਨ ਵਾਸਤੇ ਕਿ ਬਾਦਲ ਸਾਹਿਬ ਨੇ ਕਦੇ ਝੂਠ ਨਹੀਂ ਬੋਲਿਆ। ਹੁਣ ਇਹ ਜਿਹੜੇ ਇੱਕ ਮੌਕਾ ਬਾਰੇ ਕਹਿੰਦੇ, ਬਦਲਾਵ ਵਾਲੇ ਕਹਿੰਦੇ ਨੇ, ਇਹਨਾਂ ਨੂੰ ਜ਼ਰੂਰ ਜਾ ਕੇ ਕਹੋ ਕਿ ਬਦਲਾਵ ਆ ਨਹੀਂ ਹੁੰਦਾ ਕਿ ਕੱਲ ਤਾਈਂ ਖੁੜੀਆ ਸਾਹਿਬ ਕਾਂਗਰਸ ਪਾਰਟੀ 'ਚ ਸੀਗੇ ਤੇ ਰਾਤੋਂ ਰਾਤ ਹੁਣ ਆਮ ਆਦਮੀ ਤੇ ਹੋ ਗਏ ਤੇ ਬਦਲਾਵ ਕਿ ਬੰਦਾ ਬਦਲ ਜਾਏ, ਪਾਰਟੀ ਬਦਲੇ ਤੇ ਬਦਲਾਵ ਹੋ ਜਾਂਦਾ ਹੈ। ਕਿ ਬਦਲਾਵ ਉਹ ਹੁੰਦਾ ਹੈ ਕਿ ਤੁਹਾਡੇ ਇੱਥੇ ਪਾਣੀ ਨਹੀਂ ਹੁੰਦੀ ਸੀ, ਤੁਹਾਡੇ ਇੱਥੇ ਸੇਮ ਹੁੰਦੀ ਸੀ, ਉਹ ਸੇਮ ਕੱਢੀ, ਲਿਫਟ ਪੰਪ ਲਾਏ, ਤੁਹਾਨੂੰ ਪਾਣੀ ਮਿਲਿਆ, ਤੁਹਾਡੇ ਬੱਚਿਆਂ ਨੂੰ ਨੌਕਰੀ ਦੇ ਕੇ ਉਸ ਪਰਿਵਾਰ 'ਚ ਹਾਲਾਤ ਬਦਲਿਆ, ਗਲੀ ਨਾਲੀਆਂ ਬਣਨ ਦੇ ਨਾਲ ਤੁਹਾਡੇ ਹਾਲਾਤ ਸੁਧਰੇ। ਬਦਲਾਵ ਤਾਂ ਮੈਂ ਤਾਂ ਇਹਨੂੰ ਕਹਿੰਦੀ ਆ, ਲੇਕਿਨ ਇਹਨਾਂ ਵਾਸਤੇ ਪਾਰਟੀ ਬਦਲਣਾ ਤੇ ਉਹਨੂੰ ਬਦਲਾਵ ਕਦੋਂ ਤੋਂ ਹੋ ਗਿਆ। ਜਿਹੜੇ ਬੰਦੇ ਇਸ ਤੋਂ ਨਿਕਾਲੇ ਗਏ ਨੇ ਉਹਦੇ ਲਾਇਕ ਟਿਕਟ ਲਾਇਕ ਨਹੀਂ ਤਾਂ ਆਮ ਆਦਮੀ 'ਚ ਚਲੇ ਜਾਓ ਤੇ ਬਦਲਾਵ ਹੋ ਗਿਆ। ਹੁਣ ਆਊਗਾ ਭਗਵੰਤ ਮਾਨ ਵੀ ਤੁਹਾਡੇ ਕੋਲ, ਕਿਉਂਕਿ ਵੋਟਾਂ ਦੇ ਵੇਲੇ ਤਾਂ ਸਾਰੇ ਹੀ ਆਉਂਦੇ ਨੇ। 5 ਸਾਲ ਪਹਿਲੇ ਕੇਜਰੀਵਾਲ ਆਇਆ ਸੀਗਾ, ਸਾਰੇ ਕਾਂਗਰਸ ਤੇ ਕੇਜਰੀਵਾਲ ਨੇ ਚੱਕ ਕੇ ਜਿਉਂ ਸ਼੍ਰੋਮਣੀ ਅਕਾਲੀ ਦੇ ਖਿਲਾਫ ਭੰਡੀ ਪ੍ਰਚਾਰ, ਇੰਨਾ ਗੰਦਾ ਪ੍ਰਚਾਰ ਸਾਡੇ ਖਿਲਾਫ, ਕਦੇ ਧਰਮ ਦੇ ਉੱਤੇ, ਕਦੇ ਨਸ਼ਿਆਂ ਦੇ ਉੱਤੇ, ਕੀ ਕੁਝ ਸਾਡੇ ਉੱਤੇ ਇਲਜ਼ਾਮ ਲਾ ਕੇ ਇਕੱਠੇ ਹੋ ਕੇ ਇੱਕ ਨੇ ਸਰਕਾਰ ਬਣਾ ਦੀ, ਦੂਜਾ ਵਿਰੋਧੀ ਪਾਰਟੀ ਹੋ ਗਈ। ਲੇਕਿਨ ਮੁੜ ਕੇ ਕਦੇ ਕੇਜਰੀਵਾਲ ਆਇਆ। ਹੁਣ 5 ਸਾਲ ਬਾਅਦ ਕੇਜਰੀ ਵੀ ਆਊਗਾ ਤੇ ਭਗਵੰਤ ਮਾਨ ਵੀ ਆਊਗਾ, ਜਿਹੜੇ 5 ਸਾਲ ਕਿਤੇ ਨਜ਼ਰ ਨਹੀਂ ਆਏ, ਆ ਕੇ ਵੱਡੀ ਗੱਲਾਂ ਮਾਰਨਗੇ। ਸੋ ਮੈਂ ਬੇਨਤੀ ਇਹ ਨਹੀਂ ਕਰਦੀ, ਇਹਨਾਂ ਦੀ ਗੱਲਾਂ ਤੋਂ ਆਪਾਂ ਸੁਚੇਤ ਰਹੀਏ। ਇੱਕ ਪਾਸੇ ਤੁਹਾਡਾ MLA ਬਣੂਗਾ, ਦੂਜੇ ਪਾਸੇ ਸਤਾਰ ਬਾਦਲ ਵਰਗੇ ਜਿਨ੍ਹਾਂ ਨੇ ਗਵਾਂਢ 'ਚ ਜਿਵੇਂ ਦੱਸਿਆ ਰਮਦਾਸ ਸਾਹਿਬ ਨੇ ਕਿ ਜਦੋਂ ਮਰਜ਼ੀ ਚਲੇ ਜਾਓ ਬਾਦਲ ਸਾਹਿਬ ਨੂੰ ਤੁਸੀਂ ਮਿਲ ਸਕਦੇ ਹੋ। ਹਾਂ, ਉਮਰ ਦੇ ਲਿਹਾਜ਼ ਕਰਕੇ ਅੱਜ ਮੁੱਖ ਮੰਤਰੀ ਸੁਖਬੀਰ ਜੀ ਬਣਨਗੇ, ਲੇਕਿਨ ਬਾਦਲ ਸਾਹਿਬ ਦਾ ਦਰਜਾ ਤਾਂ ਮੁੱਖ ਮੰਤਰੀ ਤੋਂ ਵੀ ਵੱਡਾ ਹੈਗਾ। ਕੋਈ ਇਹੋ ਜਿਹੀ ਗੱਲ ਨਹੀਂ ਜਿਹੜਾ ਬਾਦਲ ਸਾਹਿਬ ਕਹਿਣਗੇ, ਨਾ ਕੋਈ ਅਫਸਰ ਬਾਦਲ ਸਾਹਿਬ ਨੂੰ ਮੋੜ ਸਕਦਾ, ਨਾ ਮੁੱਖ ਮੰਤਰੀ ਮੋੜ ਸਕਦਾ, ਨਾ ਹੀ ਕੋਈ ਮੰਤਰੀ ਮੋੜ ਸਕਦਾ ਹੈਗਾ। ਪਹਿਲੇ ਸਾਰੇ ਪੰਜਾਬ ਨੂੰ ਸਾਂਭਦੇ ਸੀਗੇ, ਲੇਕਿਨ ਫਿਰ ਵੀ ਪਿੰਡ ਆ ਕੇ ਤੁਹਾਡੀ ਤਕਲੀਫਾਂ ਨੂੰ ਸੁਣਦੇ ਸੀ। ਤਾਂ ਹੁਣ ਸਿਰਫ ਸਾਹਮਣਾ ਹੀ ਲੰਬੀ ਹਲਕਾ ਹੈਗਾ, ਤੁਸੀਂ ਆਪ ਅੰਦਾਜ਼ਾ ਲਾਓ ਜਿੰਨੇ ਪਹਿਲੇ ਕੰਮ ਹੁੰਦੇ ਸੀ ਉਸ ਨੂੰ 10 ਗੁਣਾ ਹੋਰ ਹੋਣਗੇ। ਤੇ ਕੰਮ ਕੀ, ਜਿਹੜੇ ਕਾਰਡ ਕੱਟੇ ਗਏ ਨੇ, ਸੁਖਬੀਰ ਜੀ ਕਹਿੰਦੇ ਅਸੀਂ ਸਾਰੇ ਕਾਰਡ ਬਹਾਲ ਕਰਕੇ ਹਰ ਗਰੀਬ ਤੋਂ ਉਹਦਾ ਹੱਕ ਨੂੰ ਦਿਲਾ ਕੇ ਦੇਵਾਂਗੇ। ਇਹਨਾਂ ਦੂਜਿਆਂ ਦੀ ਤਰ੍ਹਾਂ ਨਹੀਂ, ਕਾਂਗਰਸ ਨੇ ਵੀ ਕੱਟਦੇ ਨੇ, ਝਾੜੂ ਨੇ ਵੀ ਕੱਟਦੇ ਨੇ, ਇਹਨਾਂ ਤੋਂ ਸੁਚੇਤ ਰਹੋ। ਅਸੀਂ ਜਿਹਦੇ ਕੱਟੇ ਗਏ ਨੇ ਉਹਨਾਂ ਨੂੰ ਵੀ ਦਿਲਵਾਵਾਂਗੇ, ਜੇ ਕੋਈ ਰਹਿ ਗਿਆ ਉਹਦਾ ਹੱਕ ਵੀ ਉਹਨੂੰ ਦਿਲਵਾਵਾਂਗੇ। ਉਸ ਤੋਂ ਇਲਾਵਾ ਜਿਨ੍ਹਾਂ ਦੇ ਕੋਲ ਨੀਲੇ ਕਾਰਡ ਹੈਗੇ ਤੇ ਉਸ ਮੁਖੀ ਮਾਤਾ ਨੂੰ ਸਾਡੀ ਪਾਰਟੀ ਵੱਲੋਂ ਅੱਜ ਮਹਿੰਗਾਈ ਦੀ ਮਾਰ ਦਾ ਕੀਮਤਾਂ ਦਾ ਕੇਂਦਰ ਫੈਸਲਾ ਕਰਦੀ ਹੈ। ਅੱਜ ਸਿਲੰਡਰ 1000 ਰੁਪਏ ਪਹੁੰਚ ਗਿਆ, ਦਾਲ ਦੀ, ਤੇਲ ਦੀ, ਹਰ ਚੀਜ਼ ਦੀ ਕੀਮਤ ਅਸਮਾਨ ਤਾਈਂ ਪਹੁੰਚੀ ਜਾ ਰਹੀ। ਹੁਣ ਆ ਭੈਣਾਂ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਕਰਦੀਆਂ ਨੇ ਤਾਂ ਇਹ ਵਿਚਾਰੀਆਂ ਦੱਸ ਸਕਣਗੀਆਂ ਕਿ ਕਿੰਨੀ ਔਖਿਆਈ ਚ ਹੈਗੀਆਂ। ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਤੁਸੀਂ ਆਪਣੀ ਸਰਕਾਰ ਬਣਾਈ, ਹਰ ਮਾਤਾ ਦੇ ਖਾਤੇ ਵਿੱਚ 2000 ਰੁਪਏ, ਜਿਵੇਂ ਆਟਾ ਦਾਲ ਦਿੱਤਾ, ਹੁਣ 2000 ਰੁਪਏ ਤੁਹਾਡੇ ਖਾਤੇ 'ਚ ਹਰ ਮਹੀਨੇ, ਸਾਲ ਦੇ 24000 ਰੁਪਏ ਤੁਹਾਡੇ ਆਪਣੇ ਹੋਣਗੇ। ਬਜਾਓ ਤਾਲੀਆਂ ਦੇ ਚੰਗੀ ਗੱਲ। ਤੇ ਬਾਦਲ ਸਾਹਿਬ ਨੇ ਕਦੇ ਝੂਠ ਨਹੀਂ ਬੋਲਿਆ। ਜਦ 24000 ਰੁਪਏ ਤੁਹਾਡੇ ਆਪਣੇ ਹੋਣਗੇ, ਫਿਰ ਭਾਵੇਂ ਆਪਦੇ ਬੱਚਿਆਂ ਦੇ ਲਾੜਚਾ ਹੋਣ ਜਾਂ ਤੁਹਾਡੀ ਆਪਣੀ ਜ਼ਰੂਰਤਾਂ, ਐ ਨਹੀਂ ਕਦੇ ਇਹਦੇ ਮਗਰ ਮੰਗੋ, ਕਦੇ ਉਸ ਤੋਂ ਮੰਗੋ, ਕਦੇ ਬੱਚਿਆਂ ਤੇ ਮੰਗੋ, ਕਦੇ ਘਰ ਵਾਲਿਆਂ ਤੋਂ ਮੰਗੋ। ਤੁਹਾਡੇ ਆਪਣੇ ਪੈਸੇ ਹੋਣਗੇ, ਤੁਹਾਡੀ ਆਪਣੀ ਤਾਕਤ ਹੋਊਗੀ। ਹਰ ਵਰਗ ਦੀ ਤਕਲੀਫ ਘਟਾਉਣ ਵਾਸਤੇ, ਹਰ ਪਰਿਵਾਰ ਦੀ, ਹਰ ਵਰਗ ਨਹੀਂ, ਹਰ ਤਰ੍ਹਾਂ ਤੁਹਾਡੀ ਤਕਲੀਫ ਘਟਾਉਣ ਵਾਸਤੇ। ਅੱਜ ਬੱਚਿਆਂ ਦੀ ਪੜ੍ਹਾਈ ਕਿੰਨੀ ਮਹਿੰਗੀ ਹੋ ਰਹੀ ਹੈ, ਫੀਸਾਂ ਭਰਨ 'ਚ ਉਹਦੇ ਵਿੱਚ ਵੀ ਔਖਿਆਈ। ਹੁਣ ਜੇ ਤੁਸੀਂ ਆਪਣੀ ਸਰਕਾਰ ਬਣਾਈ, ਤਕੜੀ ਵਾਲੀ ਸਰਕਾਰ ਬਣਾਈ, ਫਿਰ ਜਿੰਨੇ ਸਾਡੇ ਬੱਚੇ ਨੇ, ਹਰੇਕ ਬੱਚੇ ਦਾ ਇੱਕ ਵਿਦਿਆਰਥੀ ਕਾਰਡ ਬਣਾਇਆ ਜਾਊਗਾ। 10 ਲੱਖ ਤਾਈਂ ਤੁਹਾਡੇ ਬੱਚੇ ਪੜ੍ਹ ਲੈਣ, ਜਿੱਥੇ ਪੜ੍ਹਨਾ ਹੈ, ਪ੍ਰਾਈਵੇਟ ਸਕੂਲ 'ਚ ਪੜ੍ਹਨਾ ਹੈ, ਸੂਬੇ ਤੋਂ ਬਾਹਰ ਪੜ੍ਹਨਾ ਹੈ, ਵਿਦੇਸ਼ ਤਾਈਂ ਪੜ੍ਹਨਾ ਹੈ, ਜਿੱਥੇ ਤਾਈਂ ਇਹਨਾਂ ਨੇ ਪੜ੍ਹਨਾ ਹੈ, 10 ਲੱਖ ਤਾਈਂ ਤੁਹਾਡੇ ਬੱਚੇ ਖਰਚਾ ਕਰ ਸਕਦੇ। ਸਰਕਾਰ ਉਹਦਾ ਬੋਝ ਚੱਕੂਗੀ, ਤੁਹਾਨੂੰ ਉਹਦੀ ਫਿਕਰ ਕਰਨ ਦੀ ਲੋੜ ਨਹੀਂ। ਇਸੇ ਤਰ੍ਹਾਂ ਹਰ ਪਰਿਵਾਰ ਦੀ ਸਿਹਤ ਦਾ ਧਿਆਨ ਰੱਖਣ ਵਾਸਤੇ ਇੱਕ ਤੁਹਾਡਾ ਸਿਹਤ ਦਾ ਕਾਰਡ ਬਣਾਇਆ ਜਾਊਗਾ। ਤੁਸੀਂ 10 ਲੱਖ ਤਾਈਂ ਆਪਣੇ ਪਰਿਵਾਰ ਦੀ ਸਿਹਤ ਦਾ ਇਲਾਜ ਪ੍ਰਾਈਵੇਟ ਚੋਂ ਕਰਾਉਣਾ ਹੈ,
ऑपरेशन कराना है, दवाई खरीदनी है, जो भी तुसी करना है 10 लाख रुपए ताईं तुसी खर्चा करो ते सरकार सारे ਉਹ ਭਰਪਾਈ ਕਰੂਗੀ, ਜਿਹਦੇ ਨਾਲ ਤੁਹਾਡੇ ਸਿਹਤ ਦਾ ਵੀ ਤੁਹਾਡਾ ਖਰਚਾ ਤੇ ਬੋਝ ਘਟੂਗਾ। 400 यूनिट बिजली दे हर परिवार दे, कोई इस बरादरी उस बरादरी दे, जनरल हो, एससी हो, बीसी हो, हर पंजाब दे परिवार दे 400 यूनिट बिजली, पहले 200 करदे सी, हुण 400 हरेक दा हर महीने ਤੁਹਾਡੇ ਬਿਜਲੀ ਦਾ ਮੁਫਤ ਹੋਊਗਾ 400 यूनिट। ਇਹਦੇ ਨਾਲ ਵੀ ਤੁਹਾਡੇ ਬਿਜਲੀ ਦੇ ਬਿੱਲ ਘਟਣਗੇ। ਸਾਡੇ किसानों वास्ते जिथे सुखबीर जी ने कहा है कि खेती वास्ते 10 रुपए घट डीजल मिलूगा, अंडरग्राउंड पाइपा राही जिस खेत च पानी नहीं जाता उस खेत च पानी पहुंचाया जाऊगा, फलां सब्जियां दुध दे उत्ते MSP होगा। लेकिन वड्डी गल, हर फसल दा बीमा सरकार करा के देगी, 50,000 रुपए प्रति एकड़। जे कोई कुदरती आपदा करके किसी दे फसल का नुकसान होया, थानू सरकार वास्ते ऐ हाथ फैलाने की लोड़ नहीं, सीधे बीमा कंपनी तो थोड़े खाते विच 50,000 रुपए प्रति एकड़ सीधा पैसा आ जाऊगा, जिहदे नाल थानू कोई गलत कदम नहीं चकना पऊगा बोझ दे थल्ले आके। जी मैं समझदी हां किसानां वास्ते भी ये बहुत वड्डी चीज की सरकार इन्हां दे फसल का बीमा करा के देगी। बच्चों के रोजगार वास्ते जेड़े अपने पढ़े लिखे बच्चे अपने पैरों 'च खड़ा होना चाहते हैं, 5 लाख रुपए उस बच्चे या बच्ची नूं अपना दुकान या कारखाना या कोई बुटीक या पार्लर जो खोलना चाहते 5 लाख रुपए सरकार वालों दिते जाणगे। इसी तरह 1 लाख सरकारी भर्तियां साडी सरकार करूगी ते 10 लाख गैर सरकारी नौकरियां का इंतजाम करूगी। किवें करूगी? पंजाब 'च एक कानून लाया जाऊगा कि जिन्ने भी सरकारी या प्राइवेट जो भी कारखाने ने सारियां नूं लाजमी 75% बच्चे पंजाब दे ही रखने पैणगे। फिर वड्डे वड्डे कारखाने जिथों मर्जी आके लगाइए, सब साडे बच्चों नूं रोजगार तक ते वड्डी गल आ कि हर पंजाब दे कॉलेज विच 33% भर्तियां अपने सरकारी स्कूल दे बच्चों वास्ते रिजर्व कीतियां जाणगियां ते ओ बच्चों दा सारे पढ़ाई लिखाई दा खर्चा सरकार चुकोगी। सुखबीर जी कहंदा मैं 5 साल च बना के दिखावांगा कि सरकारी स्कूल च पढ़न वाला गरीब बच्चा भी डॉक्टर ते इंजीनियर बना के मैं पंजाब च दिखावांगा। ਅਸੀਂ नहीं चाहते कि साडे बच्चे मापियां दी ज़मीनां बेच-बेच के विदेशां नाल भज्जन। साडे बच्चे इत्थे रह के मापियां दे विच रह के पंजाब दी तरक्की विच अपना योगदान पाउण। हर तरह तो जेड़ा कुछ आपां 13 नुकाती प्रोग्राम च जिन्ना कुछ किया है, हर इलाके विच एक A क्लास का स्टेडियम होगा। जेड़े अपने खिडारी ने उन्हां दा भी बीमा कराया जाऊगा, जेड़े अपने दुकानदार ने उन्हां दा भी 10 लाख तक बीमा कराया जाऊगा। कोई दुकान च अग लग गई, कोई बीमारी हो गई, कोई एक्सीडेंट हो गया, परिवार नूं फिक्र करन दी लोड़ नहीं, सरकार बांह फड़ के घट तो घट कोई पैसिਆਂ ਦਾ ਤਾਂ सहारा हो जाऊगा, 10 लाख ਦਾ उन्हां दा भी बीमा होगा। हर पक्षों जेड़ी सरकार तुहाडी अपनी है, ਤੁਹਾਡੇ ਵਿੱਚ ਵਿਚਰਦੀ ਹੈ, ਨੇੜੇ ਹੋ ਕੇ ਤੁਹਾਡੀ ਤਕਲੀਫਾਂ ਦੇਖਦੀ ਹੈ। ਸਾਨੂੰ ਕੋਈ ਦਿੱਲੀ ਵੱਲ ਮੂੰਹ ਨਹੀਂ ਕਰਨਾ ਪਊਗਾ ਕਿ ਉਹਨਾਂ ਤੋਂ ਪਹਿਲੇ ਪੁੱਛੀਏ। ਅੱਜ ਕੈਪਟਨ ਨੂੰ ਗਾਂਧੀ ਪਰਿਵਾਰ ਨੇ ਰਾਤ ਨੂੰ ਚੱਕ ਕੇ ਪਾਸੇ ਸਿੱਟਿਆ ਤੇ ਤੁਸੀਂ ਸੋਚਦੇ ਹੋ ਇਹ ਕੇਜਰੀਵਾਲ ਨੇ ਅੱਜ ਤਾਂ ਇਹ ਸ਼ਰਾਬੀ ਇਹਨੂੰ ਭਗਵੰਤ ਮਾਨ ਨੂੰ ਐਲਾਨ ਕਰ ਦਿੱਤਾ ਹੈ। ਲੇਕਿਨ ਕੱਲ ਜਦ ਇਹਨਾਂ ਦੀ ਗਲਤੀ ਨਾਲ ਜੇ ਇਹਨਾਂ ਦੀ ਝਾੜੂ ਦੀ ਸਰਕਾਰ ਬਣ ਗਈ ਤੇ ਕੇਜਰੀਵਾਲ ਕਹਿੰਦਾ ਇਹਦੇ 'ਚ ਸਾਈਨ ਕਰ, ਪੰਜਾਬ ਦਾ ਪਾਣੀ ਦਿੱਲੀ ਭੇਜ। ਜੇ ਭਗਵੰਤ ਮਾਨ ਨੇ ਮਾੜਾ ਜਿਹਾ ਸਿਰ ਕੀਤਾ ਹੈ, ਚੱਕੇ ਉਹਨੂੰ ਪਾਸੇ ਮਾਰ ਕੇ ਆਪਦੇ ਕੋਈ ਦਿੱਲੀ ਦੇ ਕੋਈ ਪਿੱਠੂ ਨੂੰ ਬਿਠਾ ਕੇ ਸਾਡਾ ਪੰਜਾਬ ਲੁੱਟ ਕੇ ਲੈ ਜਾਊਗਾ। ਜਿਹੜਾ ਹਾਂਜੀ शाबाश है, तिला तिला कर लो, शाबाश शाबाश, तिली तिली करके भेज दो वापस इन्हों भजा के। इतों पता लग जाए कि लंबी च हवा चलती है, इतों जब चलती है सारे पंजाब च हनेरी आऊगी। तो मैं दसदा पंजाब च इहो जी हनेरी चल रही है कि परमात्मा की कृपा लोगों के आशीर्वाद नाल बहुत वड्डी श्रोमणी अकाली दल तो बहुजन समाज पार्टी की सरकार बन रही है। बस मैं तो आ चाहती है कि लंबी हल्के के लोग तकड़े होकर जेड़े बादल साहब ने अपनी सारी उम्र लोगों की सेवा विच लगाती ते अज भावें उन्हां दा शरीर इस लायक नहीं कि उन्हें भज नट करके थोड़े पिंड पिंड आ सकन। बस मेरी सिर्फ इन्नी हथ बन के बेनती है कि उन्हां नूं तुहाडे कोल आउण दी लोड़ ही ना पए। ਇਹ ਉਹਨਾਂ ਦੀ ਚੋਣ 'ਚ ਤੁਸੀਂ ਇੰਨਾ ਵੱਡੀ ਕਾਮਯਾਬੀ ਦਿਓ ਕਿ ਪਿਛਲੇ ਸਾਰੇ ਰਿਕਾਰਡ ਨਿਕਲ ਜਾਂਦੇ, ਬਾਦਲ ਸਾਹਿਬ ਨੂੰ ਵੀ ਲੱਗੇ ਕਿ ਹਾਂ ਮੇਰੇ ਲੋਕ ਮੇਰੇ ਨਾਲ ਖੜੇ ਨੇ। ਇਹ ਭੰਡੀ ਪ੍ਰਚਾਰ ਜਿਹੜੇ ਸਾਡੇ ਪਰਿਵਾਰ ਤੇ ਸਾਡੇ ਖਿਲਾਫ ਕਰਦੇ ਨੇ, ਇਹਨਾਂ ਨੂੰ ਮੂੰਹ ਤੋੜ ਜਵਾਬ ਲੰਬੀ ਹਲਕੇ ਦੇ ਲੋਕੀ ਦੇਣ। ਇਹੀ ਮੈਂ ਤੁਹਾਡੇ ਸਾਰਿਆਂ ਤੋਂ ਬੇਨਤੀ ਕਰਦੀ ਤੇ ਆਸ ਕਰਦੀ ਹਾਂ। ਤੇ ਦੂਜਾ ਮੈਂ ਆ ਜ਼ਰੂਰ ਮੈਂ ਹਰ ਹਲਕੇ 'ਚ ਕਹਿੰਦੀ ਹਾਂ, ਅੱਜ ਮੈਨੂੰ ਦੁੱਖ ਹੁੰਦਾ ਹੈ ਜਿੱਥੇ ਮਾਵਾਂ ਦੇ ਪੁੱਤ ਆ ਚਿੱਟਾ ਵੇਚਣ ਕਰਕੇ ਨਸ਼ਾ ਕਰਕੇ ਤੁਹਾਡੇ ਘਰ ਪਰਿਵਾਰ 'ਚ ਜਿਹੋ ਜਿਹਾ ਮੈਨੂੰ ਨਹੀਂ ਪਤਾ ਇਸ ਇਲਾਕੇ 'ਚ ਹੈਗਾ ਕਿ ਨਹੀਂ, ਲੇਕਿਨ
ਪੰਜਾਬੀਆਂ ਨੇ ਭ੍ਰਸ਼ਟ ਅਤੇ ਘੁਟਾਲਿਆਂ ਨਾਲ ਭਰੀ ਕਾਂਗਰਸ ਸਰਕਾਰ ਨੂੰ ਚਲਦਾ ਕਰਨ ਦਾ ਮਨ ਬਣਾ ਲਿਆ ਹੈ। ਸੁਖਬੀਰ ਬਾਦਲ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਅਕਾਲੀ ਦਲ ਤੇ ਬਸਪਾ ਗੱਠਜੋੜ ਹੁੰਜਾ ਫੇਰ ਕੇ ਜਿੱਤ ਵੱਲ ਵਧ ਰਿਹਾ ਹੈ ਤੇ ਪੰਜਾਬੀਆਂ ਨੇ ਭ੍ਰਸ਼ਟ ਤੇ ਘੁਟਾਲਿਆਂ ਨਾਲ ਭਰੀ ਕਾਂਗਰਸ ਸਰਕਾਰ ਨੂੰ ਚਲਦਾ ਕਰਨ ਦਾ ਮਨ ਬਣਾ ਲਿਆ ਹੈ ਤੇ ਨਾਲ ਹੀ ਉਹ ਬਾਹਰਲੀਆਂ ਪਾਰਟੀਆਂ ਆਮ ਆਦਮੀ ਤੇ ਵਿਸਾਹ ਨਹੀਂ ਕਰਨਗੇ। ਤੇ ਇੱਥੇ ਕਹਿੰਦਾ ਜਿਹੜਾ ਪਰਾਲੀ ਸਾੜਦੇ ਆ ਉਹਨਾਂ ਦਾ ਪਰਚਾ ਦਿਓ, ਇੱਥੇ ਆ ਕੇ ਝੂਠ ਬੋਲੂਗਾ। ਹਰ ਔਰਤ ਨੂੰ 1000 ਰੁਪਇਆ। ਦਿੱਲੀ ਜਾ ਕੇ ਪਤਾ ਕਰੋ ਕਿਸੇ ਇੱਕ ਔਰਤ ਨੂੰ 1001 ਰੁਪਇਆ ਦਿੱਤਾ ਪਿਛਲੇ 10 ਸਾਲਾਂ 'ਚ। ਜਿੱਥੋਂ ਦਾ ਮੁੱਖ ਮੰਤਰੀ ਹੈ, ਜਿੱਥੇ ਅੱਜ ਦੇ ਸਕਦਾ ਹੈ, ਉੱਥੇ ਤਾਂ ਦਿੰਦਾ ਨਹੀਂ। ਫਿਰ ਇੱਥੇ ਆ ਕੇ ਕਹਿੰਦੇ ਦਿੱਲੀ ਮਾਡਲ। ਦਿੱਲੀ ਮਾਡਲ ਦਾ ਮਤਲਬ ਹੈ ਤੁਹਾਡੇ ਟਿਊਬਲਾਂ ਦੇ ਬਿੱਲ ਲੱਗਣਗੇ, ਕਿਉਂਕਿ ਟਿਊਬਲਾਂ ਦੇ ਬਿੱਲ ਦਿੱਲੀ ਲੱਗਦੇ ਆ। ਉੱਥੇ ਕਿਉਂ ਨਹੀਂ ਮਾਫ ਕੀਤੇ ਨੇ ਕਿਸਾਨਾਂ ਦੇ? ਉੱਥੇ ਪੀਣ ਵਾਲਾ ਪਾਣੀ ਹੈ ਨਹੀਂ, ਗਲੀਆਂ ਨਾਲੀਆਂ ਜਾ ਕੇ ਦੇਖੋ, ਰਹਿ ਨਹੀਂ ਸਕਦੇ ਉੱਥੇ। ਇਹ ਜਿਹਾ ਬੁਰਾ ਹਾਲ ਹੈ। ਬਸ ਆਪਾਂ ਅੱਖਾਂ ਮੀਚ ਕੇ ਹਾਂਜੀ ਇੱਕ ਨਵੀਂ ਸੋਚ ਇੱਕ ਨਵੇਂ ਬੰਦੇ ਨੂੰ ਦੇ ਦਿਓ, ਉਹਦਾ ਕੋਈ ਲੈਣਾ ਦੇਣਾ ਨਹੀਂ। ਹੁਣ ਕੇਜਰੀਵਾਲ ਹੈ, ਕੀ ਕਹਿੰਦਾ ਹੁੰਦਾ ਸੀ ਕਿ ਸਾਡੀ ਆਮ ਆਦਮੀ ਪਾਰਟੀ ਹੈ, ਅਸੀਂ ਟਿਕਟਾਂ ਦੇਵਾਂਗੇ ਰਿਕਸ਼ਾ ਚਲਾਉਣ ਵਾਲੇ ਨੂੰ, ਟਿਕਟਾਂ ਦੇਵਾਂਗੇ ਰੇਹੜੀ ਚਲਾਉਣ ਵਾਲੇ ਨੂੰ। ਆ ਕੁਲਵੰਤ ਸਿੰਘ ਮੁਹਾਲੀ ਵਾਲਾ ਰੇਹੜੀ ਚਲਾਉਂਦਾ, ਮਤਲਬ ਸਭ ਤੋਂ ਅਮੀਰ ਹੈ। 117 ਸੀਟਾਂ ਚੋਂ 65 ਸੀਟਾਂ ਦਲ ਬਦਲੂਆਂ ਨੂੰ ਦਿੱਤੀਆਂ। ਜਿਹੜਾ ਕੋਈ ਅਕਾਲੀ ਦਲ ਤੋਂ ਕੱਢਿਆ ਜਾਂ ਕਾਂਗਰਸ ਨੇ ਕੱਢਿਆ, ਸਾਰੇ ਆਮ ਆਦਮੀ ਟਿਕਟਾਂ ਲਈ ਬੈਠੇ ਹੈ। ਹੁਣ ਬਠਿੰਡੇ ਜਿਹੜਾ ਦਿਹਾਤੀ ਦਾ ਉਮੀਦਵਾਰ ਹੈ, ਉਹ ਸਾਡਾ ਉਮੀਦਵਾਰ ਸੀ, ਉਹਨੇ ਕੀ ਕੀਤਾ? ਕੋਈ ਘੱਟ ਤੋਂ ਘੱਟ 100-150 ਆਪਣੇ ਵਰਕਰਾਂ ਤੋਂ ਪੈਸਾ ਲੈ ਲਿਆ, ਕਿਤੋਂ 5 ਲੱਖ, ਕਿਤੋਂ 10 ਲੱਖ। ਕਿ ਮੈਂ ਨਵੀਂ ਕੰਪਨੀ ਖੋਲੀ ਹੈ, ਹਰ 6 ਮਹੀਨੇ ਬਾਅਦ ਥੋੜਾ ਪੈਸਾ ਦੁੱਗਣਾ ਕਰ ਦਿਆ ਕਰੂੰਗਾ। ਲੋਕਾਂ ਨੂੰ ਲਾਲਚ ਪੈ ਗਿਆ, ਦੁੱਗਣਾ 6 ਮਹੀਨਿਆਂ 'ਚ। ਉਹ ਪੈਸਾ ਲੈ ਕੇ ਤਿੱਤਰ ਹੋ ਗਿਆ। ਫਿਰ ਮੈਂ ਪਰਚਾ ਕਰਾਇਆ, ਉਹਨੂੰ ਜੇਲ੍ਹ ਭੇਜਿਆ, ਉਦੋਂ ਪੈਸਾ ਕਢਾ ਕੇ ਵਾਪਸ ਮੋੜਿਆ, ਤੇ ਅੱਜ ਉਹ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ। ਇਹ ਜੇ ਮੈਂ ਤੁਹਾਨੂੰ 50 ਨਾਮ ਲੈ ਲੈਣਾ ਜਿਹੜੇ ਇੱਕ ਜਿਹੇ ਟਿਕਟਾਂ ਦਿੱਤੀਆਂ। ਪੈਸੇ ਲੈ ਕੇ ਤਾਂ ਟਿਕਟਾਂ ਦਿੰਦੇ ਆ। ਜੇ ਪੈਸੇ ਲੈ ਕੇ ਟਿਕਟਾਂ ਦਿੰਦੇ ਆ, ਕਿਸੇ ਪੰਜਾਬੀ ਨੂੰ ਬੋਲਣ ਦਿੰਦੇ ਆ? ਇੱਥੇ ਜੇ ਕੋਈ ਪ੍ਰੈਸ ਕਾਨਫਰੰਸ ਕਰਦਾ, ਰਾਘਵ ਚੱਡਾ ਕਰਦਾ, ਸਾਰੇ ਐਂ ਬੈਠੇ ਜਿਵੇਂ ਪਿੱਛੇ ਬਿਠਾਏ ਹੁੰਦੇ ਚੁੱਪ ਕਰਕੇ, ਤੇ ਕੰਧਾਂ ਲਿਖਿਆ ਕਿ ਕੇਜਰੀਵਾਲ ਨੂੰ। ਜੇ ਆਪਣਾ ਸ਼ੌਂਕ ਹੈ ਕਿ ਬਾਹਰਲਾ ਬੰਦਾ ਲੈ ਕੇ ਆਉਣੇ ਆ, ਤੇ ਫਿਰ ਆਪਾਂ ਅਮਰੀਕਾ ਕੈਨੇਡਾ ਦਾ ਕੋਈ ਗੋਰਾ ਲੈ ਕੇ ਆਈਏ, ਕੋਈ ਵਧੀਆ ਜਿਹੜਾ ਪੁਰਾਣਾ ਖਿਲਾੜੀ ਹੋਏ, ਸਰਕਾਰ ਚਲਾਉਣ ਦਾ ਮਾਹਰ ਹੋਏ। ਫਿਰ ਇਹ ਮਾੜੀ ਟੈਕਨੋਲੋਜੀ ਫਿਰ ਦਿੱਲੀ ਤੋਂ ਕੀ ਚੀਜ਼ ਆ? ਫਿਰ ਲਿਆਉਣਾ ਤਾਂ ਚੱਜ ਨਾਲ ਲਈਏ, ਜਾਂ ਪੁਰਾਣੇ ਅੰਗਰੇਜ਼ ਮੰਗਾ ਲੈਣੇ ਵਾਪਸ, ਜਿਨ੍ਹਾਂ ਨੇ ਪੰਜਾਬ ਤੇ ਦੇਸ਼ ਤੇ ਰਾਜ ਕੀਤਾ। ਫਿਰ ਆਪਾਂ ਆਜ਼ਾਦੀ ਲੈਣ ਦੀ ਕੀ ਲੋੜ ਸੀ? ਪੰਜਾਬੀ ਸੂਬਾ ਬਣਾਉਣ ਦੀ ਕੀ ਲੋੜ ਸੀ? ਜੇ ਚਾਹੀਦਾ ਹੀ ਬਾਹਰਲਾ ਬੰਦਾ, ਕੰਮ ਡੱਕਾ ਨਹੀਂ ਕੀਤਾ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੇ ਦੱਸਣਾ ਚਾਹੁੰਦਾ, ਜਿੰਨੇ ਥਰਮਲ ਪਲਾਂਟ ਪੰਜਾਬ ਦੇ ਹੈ, ਜਿਹੜਾ ਬਿਜਲੀ ਤੁਹਾਡੇ ਘਰਾਂ 'ਚ ਆਉਂਦੀ ਹੈ, ਸਾਰੇ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਏ ਹੈ। ਜਿੰਨੇ 에ਅਰਪੋਰਟ ਪੰਜਾਬ ਦੇ ਆ, ਮੋਹਾਲੀ ਤੋਂ ਲੈ ਕੇ ਅੰਮ੍ਰਿਤਸਰ ਤੋਂ ਲੈ ਕੇ ਬਠਿੰਡੇ ਤੋਂ ਲੈ ਕੇ ਪਠਾਨਕੋਟ ਤੋਂ ਲੈ ਕੇ ਜਲੰਧਰ, ਸਾਰੇ ਹੀ ਬਾਦਲ ਸਾਹਿਬ ਨੇ ਬਣਾਏ ਹੈ। ਜਿੰਨੀਆਂ 4 ਤੇ 6 ਲੇਨ ਸੜਕਾਂ, ਜਿੰਨੀਆਂ 4 ਤੋਂ 6 ਲੇਨ ਸੜਕਾਂ ਅੱਜ ਤੁਸੀਂ ਅੰਮ੍ਰਿਤਸਰ ਜਾਂਦੇ ਹੋ, ਅੱਜ ਤੁਸੀਂ ਬਠਿੰਡੇ ਜਾਂਦੇ ਹੋ, ਪੂਰੇ ਪੰਜਾਬ 'ਚ ਅਸੀਂ ਵਿਛਾ ਦੀਆਂ, ਸਾਰੀਆਂ ਹੀ ਬਾਦਲ ਸਾਹਿਬ ਨੇ ਬਣਾਈਆਂ। 133 ਸ਼ਹਿਰਾਂ ਵਿੱਚ 133 ਸ਼ਹਿਰਾਂ ਵਿੱਚ ਮੰਡੀਆਂ ਵਿੱਚ ਸੀਵਰੇਜ ਨਹੀਂ ਸੀ, ਸਾਰਾ ਹੀ ਬਾਦਲ ਸਾਹਿਬ ਦੀ ਸਰਕਾਰ ਨੇ ਪਾਇਆ। 16 ਲੱਖ ਟਿਊਬਵੈਲ ਕਨੈਕਸ਼ਨ ਪੰਜਾਬ ਦੇ ਹੈ, 13.5 ਲੱਖ ਦਾ ਪ੍ਰਕਾਸ਼ ਸਿੰਘ ਦੀ ਬਾਦਲ ਦੀ ਸਰਕਾਰਾਂ ਦੌਰਾਨ ਮਿਲੇ ਹੈ। 2200 ਮੰਡੀਆਂ ਪੰਜਾਬ ਦੀਆਂ ਦਾਣਾ ਮੰਡੀਆਂ 2100 ਦਾ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਵਿੱਚ ਬਣੀਆਂ। ਆ ਲਿੰਕ ਰੋਡਾਂ, ਆ ਪੱਕੇ ਖਾਲੇ, ਅੰਡਰਗਰਾਉਂਡ ਪਾਈਪ ਸਿਸਟਮ, ਥੋੜੇ ਟਰੈਕਟਰਾਂ ਦੇ ਟੈਕਸ ਹੁੰਦਾ ਸੀ ਮਾਫ ਕੀਤਾ, ਨਹਿਰੀ ਮਾਮਲਾ ਮਾਫ ਕੀਤਾ, ਸਾਰਾ ਹੀ ਅਕਾਲੀ ਸਰਕਾਰ ਦੇ ਦੌਰਾਨ ਹੈ। ਆ ਗਰੀਬਾਂ ਨੂੰ ਆਟਾ ਦਾਲ, ਸ਼ਗਨ, ਪੈਨਸ਼ਨ, 200 ਯੂਨਿਟ ਬਿਜਲੀ ਦੇ ਮਾਫ, ਲੜਕੀਆਂ ਨੂੰ ਸਾਈਕਲ, ਨੌਜਵਾਨਾਂ ਨੂੰ ਜਿਮ, ਖੇਡਾਂ ਦਾ ਸਮਾਨ, ਵਰਲਡ ਕੱਪ, ਕਬੱਡੀ ਸਾਰੇ ਅਸੀਂ ਕਰਾਉਂਦੇ ਸੀ, ਇਹਨਾਂ ਨੇ ਬੰਦ ਕਰ ਦਿੱਤੇ। ਮੈਂ ਸੇਵਾ ਕੇਂਦਰ ਖੋਲੇ, ਤੁਹਾਡੇ ਪਿੰਡਾਂ 'ਚ ਤੁਸੀਂ ਕੰਮ ਕਰਾ ਸਕੋ, ਬੰਦ ਕਰ ਦਿੱਤੇ। ਤੇ ਫਿਰ ਵੀ ਆਪਾਂ ਵਾਪਸ ਕਾਂਗਰਸ ਨੂੰ ਜੇ ਕਾਂਗਰਸ ਨੂੰ ਕਿਹਾ, ਹੁਣ ਨਵਾਂ ਝਾੜੂ।
मैं ਤੁਹਾਨੂੰ ਦੱਸਾਂ ਤੁਹਾਡੇ ਮੈਨੂੰ ਲੱਗਦਾ ਸ਼ਾयद ਇੱਥੇ ਜਿਹੜੇ ਝਾੜੂ ਆ ਸਾਡੇ ਤੋਂ ਤਿੱਲੀ ਤਿੱਲੀ ਕਰਤਾ। ਮਾਝੇ 'ਚ ਕੋਈ ਝਾੜੂ ਹੈ ਨਹੀਂ, ਦੁਆਬੇ 'ਚ ਕੋਈ ਝਾੜੂ ਹੈ ਨਹੀਂ, ਫਿਰੋਜ਼ਪੁਰ ਪਾਰਲੀਮੈਂਟ ਬਠਿੰਡਾ ਫਰੀਦਕੋਟ ਪਾਰਲੀਮੈਂਟ 'ਚ ਕੋਈ ਝਾੜੂ ਨਹੀਂ, ਕੱਲੇ ਮਾਨਸਾ ਇਲਾਕੇ 'ਚ ਥੋੜਾ ਇੱਕ ਹਲਕੇ 'ਚ ਬਰਨਾਲੇ 'ਚ ਤੇ 3 ਹਲਕਿਆਂ 'ਚ ਸੰਗਰੂਰ 'ਚ ਹੈ। ਇੱਥੇ ਜੇ ਥੋੜਾ ਸੁਣਿਆ ਥੋੜਾ ਜਿਹਾ ਤੁਰਿਆ ਫਿਰਦਾ ਇੱਥੇ ਕੀ ਇਹਨਾਂ ਦੇ ਪੱਲੇ। ਇਹਨਾਂ ਦਾ ਮੁੱਖ ਮੰਤਰੀ ਬਣੂਗਾ ਜੀ ਕਿਹੜਾ? ਕਹਿੰਦੇ ਭਗਵੰਤ ਮਾਨ। ਉਹਨੂੰ ਪੁੱਛਿਆ ਰੰਗਲਾ ਕਰ ਦੇਣਾ। ਹੁਣ ਇਹਨਾਂ ਸਾਰਿਆਂ ਦੀ ਕਹਿੰਦੇ ਆਮ ਆਦਮੀ ਪਾਰਟੀਆਂ ਸਾਰਿਆਂ ਦੇ ਪਿਛੋਕੜ ਅਲੱਗ-ਅਲੱਗ ਹੈ। ਅਕਾਲੀ ਦਲ ਦੇ ਵਿੱਚ ਸਾਰਿਆਂ ਦੇ ਪਿਛੋਕੜ ਇੱਕ ਹੈ। ਸਾਰੇ ਪਰਿਵਾਰ ਪੀੜ੍ਹੀਆਂ ਤੋਂ ਪੀੜ੍ਹੀਆਂ ਅਕਾਲੀ ਦਲ ਦੀ ਸੋਚ ਨਾਲ ਜੁੜੇ ਇੱਥੇ ਸਾਰੇ ਬੈਠੇ, ਸਾਰੇ ਅੱਗੇ ਬੈਠੇ ਆ। ਆਮ ਆਦਮੀ ਦੀ ਕਿਹੜੀ ਸੋਚ ਵਾਲੇ ਆ? ਕੋਈ ਅਕਾਲੀ ਤੋਂ ਭੱਜ ਕੇ ਆਇਆ, ਕੋਈ ਕਾਂਗਰਸ ਤੋਂ ਭੱਜ ਕੇ ਆਇਆ, ਕੋਈ ਕਿਸੇ ਤੋਂ ਭੱਜ ਕੇ ਆਇਆ, ਕਿਸੇ ਕੱਢਿਆ ਘਰੋਂ ਉਹ ਆ ਗਿਆ, ਜਿਹੜੇ ਪੈਸੇ ਦਿੱਤੇ ਉਹ ਆ ਗਿਆ। ਸਾਰੇ ਜਿੰਨੀ ਹੋਂਦ ਇਕੱਠੀ ਕਰਕੇ ਇੱਕ ਬਣਾ ਲਈ ਪਾਰਟੀ। ਤੇ ਕਹਿੰਦੇ ਕੀ ਹੈ? ਸ਼ਕਲ ਬਣਾ ਲੂਗਾ ਜਮਾਂ। ਕਹਿੰਦਾ ਉੱਥੇ ਦਿੱਲੀ ਮਾਡਲ, ਕਹਿੰਦਾ ਹਸਪਤਾਲ ਮੈਂ ਬਹੁਤ ਵਧੀਆ ਬਣਾਇਆ। ਉਹ ਆਪਣੀ ਖੰਘ ਤਾਂ ਠੀਕ ਨਹੀਂ ਕਰ ਸਕਿਆ। ਤੂੰ ਦੇਖਿਆ ਕਿ ਖੰਘੀ ਜਾਊਗਾ 24 ਘੰਟੇ। ਇਸ ਕਰਕੇ ਅਸੀਂ ਜਿਉਣਾ ਮਰਨਾ ਇੱਥੇ। ਭਾਵੇਂ ਅਸੀਂ ਤੁਸੀਂ ਦੱਸੋ ਸਾਡੇ ਲੀਡਰ ਭਾਵੇਂ ਇੱਥੋਂ 2 ਵਾਰ ਨਹੀਂ ਜਿੱਤ ਸਕੇ, 3 ਵਾਰ ਕਿਤੇ ਘਰੇ ਬੈਠੇ ਤੁਹਾਡੇ ਵਿੱਚ ਹੀ ਬਾਰ-ਬਾਰ ਤੁਸੀਂ ਨਹੀਂ ਵੋਟ ਪਾਉਂਦੇ, ਫਿਰ ਤੋਂ ਤੁਹਾਡੇ ਘਰਾਂ ਦੇ ਵਿੱਚ ਨਹੀਂ ਵੋਟ ਪਾਉਂਦੇ, ਫਿਰ ਤੋਂ ਤੁਹਾਡੇ ਘਰਾਂ ਵਿੱਚ। ਤੇ ਕੇਜਰੀਵਾਲ ਕਿਤੇ ਦੇਖੇ 5 ਸਾਲ ਵੋਟ ਲੈ ਕੇ ਨਹੀਂ ਆਏ। ਤੁਸੀਂ ਮੈਨੂੰ ਇੱਕ ਆਮ ਆਦਮੀ ਪਾਰਟੀ ਦਾ ਦੱਸੋ ਪਿਛਲੇ 4 ਸਾਲ ਤੁਹਾਡੇ ਘਰਾਂ 'ਚ ਤੁਹਾਡੇ ਦੁੱਖ ਸੁੱਖ 'ਚ ਕੋਈ ਗਿਆ ਹੋਏ। ਆਹ ਫਰਕ ਹੈ। ਆ ਪੰਜਾਬ ਦੀ ਆਵਾਜ਼ ਖਤਮ ਨਾ ਹੋਣ ਦਿਓ। ਮੈਂ ਤੁਹਾਨੂੰ ਅੱਜ ਦੱਸਦਾ, ਜੇ ਪੰਜਾਬ ਸਾਰੀਆਂ ਨੈਸ਼ਨਲ ਪਾਰਟੀਆਂ ਨੂੰ ਪਤਾ ਹੈ ਕਿ ਪੰਜਾਬੀਆਂ ਦੀ ਤਾਕਤ ਉਹਨਾਂ ਦੀ ਮਾਂ ਪਾਰਟੀ ਹੈ। ਜੇ ਪੰਜਾਬੀਆਂ ਦੀ ਤਾਕਤ ਖਤਮ ਕਰਨੀ ਹੈ, ਮਾਂ ਪਾਰਟੀ ਨੂੰ ਕਮਜ਼ੋਰ ਕਰ ਦਿਓ। ਤੇ ਜੇ ਕਮਜ਼ੋਰ ਹੋ ਗਈ ਤੁਹਾਡੀ ਆਵਾਜ਼ ਕਿਸੇ ਨੇ ਤੁਹਾਨੂੰ ਨਾ ਟੈਂਕ ਤੁਹਾਡੇ ਕੁਚਲ ਦੇਣਗੇ। ਤੁਹਾਨੂੰ ਕਿਸੇ ਨੇ ਤੁਹਾਡੀ ਬਾਹ ਨਹੀਂ ਫੜਨੀ। ਅਕਾਲੀ ਦਲ ਜੋ ਕਹਿੰਦਾ ਕਰਦਾ ਹੈ। ਅਸੀਂ ਕਿਤੇ ਲਾਰੇ ਨਹੀਂ ਲਾਏ, ਕਿਉਂਕਿ ਅਸੀਂ ਜ਼ਬਾਨ ਦੇ ਪੱਕੇ ਹਾਂ, ਕਿਉਂਕਿ ਅਸੀਂ ਰਹਿਣਾ ਇੱਥੇ ਹੈ। ਹੁਣ ਅਸੀਂ ਆਪਣਾ ਕੋਈ 13 ਨੁਕਾਤੀ ਪ੍ਰੋਗਰਾਮ ਲੈ ਕੇ ਆਏ। ਕਈ ਚੀਜ਼ਾਂ ਅਜਿਹੀਆਂ ਬੜੀਆਂ ਬਹੁਤ ਪੰਜਾਬ ਦੀ ਲੋੜ ਹੈ ਉਹ ਪੂਰੀ ਕਰਨਾ। ਇੱਕ ਤਾਂ ਅਸੀਂ ਜਿਹੜੇ ਨੀਲੇ ਕਾਰਡ ਕੱਟੇ ਗਏ ਆ, ਔਨ ਸਾਰ ਅਸੀਂ ਨੀਲੇ ਕਾਰਡ ਸਾਰਿਆਂ ਦੇ ਫਿਰ ਤੋਂ ਬਣਾ ਦਾਂਗੇ। ਤੇ ਜਿਹੜੇ ਘਰ ਦੀ ਔਰਤ ਦਾ ਨੀਲੇ ਕਾਰਡ ਪਰਿਵਾਰਾਂ ਦੀ, ਉਸ ਨੂੰ 2000 ਰੁਪਇਆ ਮਹੀਨਾ। ਮੈਨੂੰ ਆ ਜਿਹੜੀ ਸਕੀਮ ਹੈ ਵੱਡੇ ਬਾਦਲ ਸਾਹਿਬ ਦੀ ਹੈ। ਉਹਨਾਂ ਨੇ ਮੈਨੂੰ ਬੁਲਾ ਕੇ ਕਿਹਾ, ਮੈਂ ਕਿਹਾ ਮੈਨੂੰ ਕਹਿੰਦੇ ਜੀ ਔਰਤਾਂ ਗਰੀਬ ਇੰਨੀਆਂ ਹੈ, ਬੱਚਾ ਬਿਮਾਰ ਹੋ ਜਾਏ ਦਵਾਈ ਦੇ ਪੈਸਾ ਨਹੀਂ ਹੁੰਦਾ, ਘਰ ਵਾਲੇ ਤੇ ਦਿੰਦੇ ਵੀ ਨਹੀਂ ਕਈ ਵਾਰ। ਘੱਟ ਤੋਂ ਘੱਟ ਉਹ ਔਰਤ ਨੂੰ ਘੱਟ ਤੋਂ ਘੱਟ ਜੇ ਤੁਸੀਂ ਉਹਦਾ ਆਪਣਾ ਕੋਈ ਰੁਪਈਆ ਹੋਏ, ਔਖੇ ਸਮੇਂ ਆਪਣੇ ਪਰਿਵਾਰ ਨੂੰ ਬਚਾ ਸਕਦੀ ਹੈ, ਸੇਵਾ ਕਰ ਸਕਦੀ ਹੈ। ਦੂਜੀ ਗੱਲ, ਮੈਂ ਪੜ੍ਹਾਈ ਤੇ ਜ਼ੋਰ ਦੇ ਰਿਹਾ। 2 ਚੀਜ਼ਾਂ ਤੇ ਜ਼ੋਰ ਦੇਣੇ ਆ। ਐਕਟੀ ਮੈਂ ਦੇਖਿਆ ਕਰੋਨਾ ਕਰਕੇ ਤੇ ਮੈਂ ਆਪਣੇ ਸਾਰੇ ਮੁੰਡੇ ਬਾਹਰ ਜਾ ਰਹੇ ਆ, ਇਸ ਕਰਕੇ 2 ਚੀਜ਼ਾਂ ਕਰਕੇ। ਇੱਕ, ਪੰਜਾਬ ਦੀ ਸਰਕਾਰੀ ਸਕੂਲਾਂ ਦੀ ਪੜ੍ਹਾਈ ਠੀਕ ਕਰਨੀ ਹੈ। 12000 ਕਰੋੜ ਰੁਪਇਆ ਮੇਰੇ ਮਨ 'ਚ ਲਾਉਣਾ ਹੈ। ਕਿਹੜਾ ਢਾਂਚਾ ਬਿਲਕੁਲ ਬਦਲ ਦੇਣਾ ਹੈ। ਹੁਣ ਕੀ ਹੈ? 3 ਕਮਰੇ 4 ਕਮਰੇ 6 ਕਮਰੇ ਦੇ ਸਕੂਲ ਹੈ, 2 ਟੀਚਰ ਬਹਿ ਜਾਂਦੇ ਹੈ। ਪੰਜਾਬੀ ਟੀਚਰ ਮੈਥਸ ਕਿਵੇਂ ਪੜ੍ਹਾ ਸਕਦਾ ਹੈ, ਸਾਇੰਸ ਕਿਵੇਂ ਪੜ੍ਹਾ ਸਕਦਾ, ਉਹਨੂੰ ਆਉਂਦਾ ਹੀ ਨਹੀਂ। ਪਰ ਆਪਾਂ ਕਹਿੰਦੇ ਟੀਚਰ ਆ ਗਿਆ, ਟੀਚਰ ਦਾ ਨਾਂ ਲੈ ਲੈਣੇ ਆ, ਪਰ ਅੱਗੇ ਨਹੀਂ ਦੇਖਦੇ ਪੜਾਉਂਦਾ ਕੀ ਹੈ। ਹੁਣ ਆ ਸਾਰਾ ਢਾਂਚਾ ਠੀਕ ਕਰਨਾ ਹੈ। ਮੈਂ ਹਰ 25000 ਆਬਾਦੀ ਦੇ ਅੰਦਰ 5000 ਬੱਚੇ ਦਾ ਵੱਡਾ ਸਕੂਲ, ਜਿੱਥੇ ਸਾਰਾ ਕੁਝ ਲੈਬੋਰੇਟਰੀ, ਸਾਰੀ ਗਰਾਊਂਡ, ਸਾਰਾ ਕੁਝ, ਤੇ 50 ਬੱਚਿਆਂ ਮਗਰ ਇੱਕ ਟੀਚਰ ਨਹੀਂ, 100 ਟੀਚਰ ਹੋਣਗੇ। ਉਹਨਾਂ ਦੇ ਮਕਾਨ ਵੀ ਉੱਥੇ ਹੋਣਗੇ। ਜਿਵੇਂ ਪਿਛਲੀ ਵਾਰ ਮੈਂ 30000 ਕਰੋੜ ਰੁਪਏ ਲਾ ਕੇ ਸੜਕਾਂ ਬਣਾ ਦੀਆਂ, 35000 ਕਰੋੜ ਲਾ ਕੇ ਬਿਜਲੀ ਆਮ ਕਰਤੀ। ਐਕਟੀ ਸਰਕਾਰੀ ਸਕੂਲ ਮੈਂ ਅਗਲੇ 5 ਸਾਲਾਂ 'ਚ ਬਿਲਕੁਲ ਇਹੋ ਜਿਹੇ ਬਣਾ ਦੇਣੇ ਆ ਜਿਹੜੇ ਕਨਵੈਂਟ ਤੋਂ ਵੀ ਵਧੀਆ ਹੋਣ। ਦੂਜੀ ਗੱਲ, ਜਿਹੜੇ ਸਰਕਾਰੀ ਸਕੂਲ ਦੇ ਪੜ੍ਹੇ ਬੱਚੇ ਆ, ਹੁੰਦਾ ਕੀ ਹੈ, ਮੈਂ ਜਿੰਨੇ ਪਿੰਡਾਂ 'ਚ ਗਿਆ 10ਵੀਂ ਦੇ ਬਾਅਦ ਘਰੇ ਬਹਿ ਜਾਂਦੇ ਆ। ਇੱਕ ਤਾਂ ਕਿਉਂਕਿ ਨੰਬਰ ਨਹੀਂ ਆਉਂਦੇ ਉਹਨਾਂ ਦੇ, ਇੱਕ ਉਹਨਾਂ ਕੋਲੇ ਪੈਸਾ ਨਹੀਂ ਹੈ।
ताइयों की करते हैं आईलैट का एग्जाम दे के या कोई लड़की जिन्हें आईलैट किया है ਉਹਦੇ ਨਾਲ ਵਿਆਹ ਕਰਾ ਲੈਂਦੇ ਹੈ ਸਿੱਧਾ ਭਜਦੇ ਆ ਬਾਹਰ ਕਿਉਂਕਿ 10ਵੀਂ ਦੇ ਬਾਅਦ ਇੱਥੇ ਤਾਂ ਕੁਝ ਮਿਲਣਾ ਨਹੀਂ ਜਿਹੜਾ ਮੈਂ ਕਰ ਲੱਗਿਆ ਜਿੰਨੇ ਕਾਲਜ ਪੰਜਾਬ ਦੇ ਜਿੰਨੀਆਂ ਯੂਨੀਵਰਸਿਟੀਆਂ ਭਾਵੇਂ ਤੁਹਾਡੇ ਫਤਿਹਗੜ੍ਹ ਸਾਹਿਬ ਸਾਰੇ ਐਜੀਪੀਸੀ ਦੇ ਕਾਲਜ ਹੈ 33% ਸੀਟਾਂ ਉਹਨਾਂ ਸਾਰਿਆਂ ਸਰਕਾਰੀ ਸਕੂਲ ਦੇ ਪੜ੍ਹੇ ਹੋਏ ਬੱਚਿਆਂ ਵਾਸਤੇ ਰੱਖਣੀਆਂ ਪੈਣੀਆਂ ਇਹਨਾਂ ਨੂੰ ਐਕਟ ਪਾਸ ਹੋਊਗਾ ਆ ਚੰਡੀਗੜ੍ਹ ਯੂਨੀਵਰਸਿਟੀ 'ਚ ਮੈਂ ਟੈਲੀਫੋਨ ਕਰਕੇ ਪਤਾ ਕਰਾਇਆ 10 ਮਹੀਨਾ ਪਹਿਲੇ मैं उन्होंने मुंजिया मैं क्या किन्ने बच्चे पढ़ते कहना 40,000 मैं क्या उन्होंने दसो सरकारी स्कूल दे किन्ने हैं 20 भी है नहीं सी 40,000 बच्चे का ते अगले साल तो ਪੰਜਾਬ 'ਚ ਰੈਲੀ ਤੋਂ ਪਹਿਲਾਂ ਗਰਜੇ ਪੀਐਮ ਮੋਦੀ ਪਾੜੋ ਅਤੇ ਰਾਜ ਕਰੋ ਕਾਂਗਰਸ ਦੇ ਡੀਐਨਏ 'ਚ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਚਾਲੂ ਬਜਟ ਸੈਸ਼ਨ 'ਚ ਲੋਕ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ ਤੇ ਧੰਨਵਾਦ ਪ੍ਰਸਤਾਵ ਤੇ ਹੋਈ ਬਹਿਸ ਦਾ ਜਵਾਬ ਦਿੱਤਾ। ਇਸ ਦੌਰਾਨ ਉਹਨਾਂ ਨੇ ਜੰਮ ਕੇ ਕਾਂਗਰਸ ਤੇ ਨਿਸ਼ਾਨਾ ਸਾਧਿਆ ਤੇ ਕਾਂਗਰਸ ਨੂੰ ਟੁਕੜੇ-ਟੁਕੜੇ ਗੈਂਗ ਦਾ ਲੀਡਰ ਤੱਕ ਦੱਸ ਦਿੱਤਾ। ਕਾਂਗਰਸ ਤੇ ਨਿਸ਼ਾਨਾ ਸਾਧਦੇ ਉਹਨਾਂ ਨੇ ਕਿਹਾ ਕਿ ਅੰਗਰੇਜ਼ਾਂ ਨੇ ਭਾਰਤ ਛੱਡ ਦਿੱਤਾ ਹੈ ਪਰ ਪਾੜੋ ਤੇ ਰਾਜ ਕਰੋ ਦਾ ਵਿਚਾਰ ਕਾਂਗਰਸ ਦੇ ਡੀਐਨਏ ਵਿੱਚ ਹੈ। ਇਹੀ ਕਾਰਨ ਹੈ ਕਿ ਉਹ ਟੁਕੜੇ-ਟੁਕੜੇ ਗੈਂਗ ਦੀ ਲੀਡਰ ਬਣ गई है। गत दिनों के जो प्रयास हैं उसके संबंध में विस्तार से बात कही है। मैं सभी आदरणीय सदस्यों का बहुत आभार व्यक्त करता हूं जिन्होंने इस महत्वपूर्ण भाषण पर अपनी टिप्पणी की, अपने विचार रखे। आदरणीय अध्यक्ष जी, मैं अपनी बात बताने से पहले कल जो घटना घटी उसके लिए 2 शब्द जरूर कहना चाहूंगा। देश ने आदरणीय लता दीदी को खो दिया। इतने लंबे काल तक जिनकी आवाज ने देश को मोहित किया, देश को प्रेरित भी किया, देश को भावनाओं से भर दिया और एक अहर्निश सांस्कृतिक धरोहर को मजबूत करते हुए और देश की एकता को भी करीब करीब 36 भाषाओं में उन्होंने गाया। ये अपने आप में भारत की एकता और अखंडता के लिए भी एक प्रेरक उदाहरण है। मैं आज आदरणीय लता दीदी जी को आदरपूर्वक श्रद्धांजलि देता हूं। आदरणीय अध्यक्ष जी, इतिहास इस बात का गवाह है कि द्वितीय विश्व युद्ध के बाद विश्व में बहुत बड़ा बदलाव आया। एक नया वर्ल्ड ऑर्डर जिसमें हम सब लोग जी रहे हैं। मैं साफ देख रहा हूं कि कोरोना काल के बाद विश्व एक नए वर्ल्ड ऑर्डर की तरफ, नई व्यवस्थाओं की तरफ बहुत तेजी से आगे बढ़ रहा है। एक ऐसा टर्निंग पॉइंट है कि हम लोग एक भारत के रूप में इस अवसर को गंवाना नहीं चाहिए। मेन टेबल पर भारत की आवाज भी बुलंद रहनी चाहिए। भारत ने एक लीडरशिप रोल के लिए अपने आप को कम नहीं आंकना चाहिए और इस परिप्रेक्ष्य में आजादी का अमृत महोत्सव, आजादी के 75 साल अपने आप में एक प्रेरक अवसर है। उस प्रेरक अवसर को लेकर के, नए संकल्पों को लेकर के देश जब आजादी के 100 साल मनाएगा
तब तक हम पूरे सामर्थ्य से, पूरी शक्ति से, पूरे समर्पण से, पूरे संकल्प से देश को उस जगह पर लेके पहुंचेंगे। ये संकल्प का समय है। आदरणीय अध्यक्ष जी, बीते वर्षों में देश ने कई क्षेत्रों में, मूलभूत व्यवस्थाओं में बहुत मजबूती का अनुभव किया है और बहुत मजबूती के साथ हम आगे बढ़े हैं। प्रधानमंत्री आवास योजना, गरीबों को रहने के लिए घर हो, ये कार्यक्रम तो लंबे समय से चला है, लेकिन जो गति, जो व्यापकता, विशालता, विविधता उसने उसमें स्थान पाया, उसके कारण आज गरीब का घर भी लाखों से भी ज्यादा कीमत का बन रहा है। और एक प्रकार से जो भी पक्का घर पाता है वो गरीब आज लखपति की श्रेणी में भी आ जाता है। कौन हिंदुस्तानी होगा जिसको इस बात को सुनकर के गर्व न हो कि आज देश के गरीब से गरीब के घर में शौचालय बना है। आज खुले में शौच से देश के गांव भी मुक्त हुए हैं। कौन खुश नहीं है? कौन खुश है? तरीका ठीक नहीं है। हो गया? नहीं, प्लीज अधीर जी, मैं बैठने के लिए तैयार हूं। आप बोलिए। नहीं, प्लीज अधीर जी। आपको धन्यवाद करके शुरू करूं। बहुत बहुत धन्यवाद। आपका प्यार अजरा अमर रहे। प्लीज प्लीज प्लीज। आजादी के इतने सालों के बाद गरीब के घर में भी जब रोशनी होती है तो उसकी खुशियां देश की खुशियों को ताकत देती हैं। चूल्हे के धुएं से जलती हुई आंखों के साथ काम करने वाली मां को, गरीब मां को, और जिस देश में घर में गैस कनेक्शन हो यह स्टेटस सिंबल बन चुका था, उस देश में गरीब के घर में गैस का कनेक्शन हो, धुएं वाले चूल्हे से मुक्ति हो, तो उसका आनंद कुछ और ही होता है। हमारी माताएं बहनें उनका पूरा प्लीज प्लीज दादा, प्लीज बैठिए। आपको मैंने पर्याप्त मौका दिया, तरीका ठीक नहीं है। दादा को बीच बीच में मौका देना चाहिए, क्योंकि दादा उम्र के इस पड़ाव में भी बचपना का मजा लेते रहते हैं। आज गरीब का बैंक में अपना खाता हो, आज बैंक जहां गए बिना गरीब भी अपने टेलीफोन से बैंक के खाते का उपयोग करता हो, सरकार के द्वारा दिए गई राशि सीधी डायरेक्ट बेनिफिट ट्रांसफर के तहत उसके खाते में पहुंचती हो, ये सब अगर आप जमीन से जुड़े हुए होते, अगर आप जनता के बीच में रहते होते, तो जरूर ये चीजें नजर आती, दिखाई देता। लेकिन दुर्भाग्य ये है
कि आप में से बहुत लोग ऐसे हैं जिनके सुई कांटा 2014 में अटका हुआ है और उससे वो बाहर ही निकल नहीं पाते हैं और उसका नतीजा भी आपको भुगतना पड़ा है। आपने जो अपने आप को एक ऐसी मानसिक अवस्था में बांध के रखा है, देश की जनता आपको पहचान गई है। कुछ लोग पहले पहचान गए, कुछ लोग देर से पहचान गए और कुछ लोग आने वाले समय में पहचानने वाले हैं। अब देखिए, आप जब इतना सारा लंबा उपदेश देते हैं तब भूल जाते हैं 50 साल तक कभी आपने भी देश में यहां बैठने का सौभाग्य प्राप्त किया था। और क्या कारण है कि आप सोच नहीं पाते। अब आप देखिए, नागालैंड के लोगों ने आखिरी बार 1998 में कांग्रेस के लिए वोट किया था, करीब 24 साल हो गए। ओडिशा ने 1995 में आपके लिए वोट किया था, सिर्फ 27 साल हो गए, आपको वहां एंट्री नहीं मिली। गोवा में 1994 में पूर्ण बहुमत के साथ आप जीते थे, 28 साल हो गए, गोवा ने आपको स्वीकार नहीं किया। पिछली बार 88 में त्रिपुरा में वहां की जनता ने वोट दिया था, करीब 34 साल पहले त्रिपुरा में। कांग्रेस का हाल है यूपी, बिहार और गुजरात। आखिर में 1985 में 1985 में करीब 37 साल पहले आपके लिए वोट किया था। पिछली बार पश्चिम बंगाल में वहां के लोगों ने 1972 में करीब 50 साल पहले आपको पसंद किया था। तमिलनाडु के लोगों ने प्लीज तमिलनाडु, मैं इसके लिए सहमत हूं। कागज लेके बाद में बोल लेना। अगर आप उस मर्यादा का पालन करते और इस जगह का उपयोग न करते, और बड़ा दुर्भाग्य है देश का कि सदन जैसी पवित्र जगह देश के लिए काम आनी चाहिए, उसको दल के लिए काम में लेने का जो प्रयास हो रहा है, और उसके कारण जवाब देना हमारी मजबूरी बन जाती है। जवाब देना हमारी मजबूरी बन जाती है। माननीय अध्यक्ष जी, तमिलनाडु आखिर में 1962 में, यानी करीब 60 साल पहले आपको मौका मिला था। तेलंगाना बनाने का श्रेय लेते हैं, लेकिन तेलंगाना बनने के बाद भी वहां की जनता ने आपको स्वीकार नहीं किया। झारखंड का जन्म हुआ, 20 साल हो गए, पूर्ण रूप से कांग्रेस को स्वीकारते नहीं है, पिछले दरवाजे से वो घुसने का प्रयास करते हैं। माननीय अध्यक्ष जी, सवाल चुनाव नतीजों का नहीं है, सवाल उन लोगों की नीयत का है, उनकी नेक दिली का है कि इतने बड़े लोकतंत्र में इतने साल तक शासन में रहने के बाद देश की जनता हमेशा हमेशा के लिए उनको क्यों नकार रही है। और जहां भी ठीक से लोगों ने राह पकड़ ली, दोबारा आपको प्रवेश करने नहीं दिया है। इतना सारा होने के बावजूद भी हम तो एक चुनाव हार जाए ना, महीनों तक न जाने इकोसिस्टम क्या क्या करती है। इतना सारा पराजय होने के बावजूद भी न आपका अहंकार जाता है, न आपकी इकोसिस्टम आपके अहंकार को जाने देती है।
सुन रही है? इस बार अधीर रंजन जी बहुत सारे शेर सुना रहे थे। चलिए मौका मैं भी ले लूं। और जब अहंकार की बात मैं कर रहा हूं तब तो मुझे कहना ही पड़ेगा, वो जब दिन को रात कहें तो तुरंत मान जाओ। वो जब दिन को रात कहें तो तुरंत मान जाओ। नहीं मानोगे तो वो दिन में नकाब ओढ़ लेंगे। 2 करोड़ की जरूरत हुई, रोजगार की बात कीजिए। जरूरत हुई प्लीज, आप जरूरत हुई तो हकीकत को थोड़ा बहुत मरोड़ लेंगे। वो मगरूर है, खुद की समझ पर बेइंतहा। उन्हें आईना मत दिखाओ, इन्हें आईना मत दिखाओ, वो आईने को भी तोड़ देंगे। प्लीज 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 प्लीज। आदरणीय अध्यक्ष जी, आजादी का अमृत महोत्सव, आजादी के 75 वर्ष में आज देश आजादी का अमृत महोत्सव मना रहा है और देश अमृत काल में प्रवेश कर रहा है। आजादी की इस लड़ाई में जिन जिन लोगों ने योगदान किया, वो किसी दल के थे या नहीं थे, इन सब से परे उठ करके देश के लिए जीने मरने वाले लोग, देश के लिए जवानी खपाने वाले लोग, ये हर किसी को स्मरण करने का, पुण्य स्मरण करने का अवसर है और उनके सपनों को याद करते हुए कुछ संकल्प लेने का अवसर है। आदरणीय अध्यक्ष जी, हम सब संस्कार से, स्वभाव से, व्यवस्था से लोकतंत्र के प्रतिबद्ध लोग हैं और आज से नहीं सदियों से हैं। लेकिन ये भी सही है, आलोचना ये जीवंत लोकतंत्र का एक आभूषण है, लेकिन अंध विरोध ये लोकतंत्र का अनादर है। सबका प्रयास, इस भावना से भारत ने जो कुछ हासिल किया है, अच्छा होता उसे खुले मन से स्वीकार किया गया होता, उसका स्वागत किया होता, उसका गौरवगान करते। बीते 2 सालों में 100 साल का सबसे बड़ा वैश्विक महामारी का संकट पूरी दुनिया की मानव जात झेल रही है। जिन्होंने भारत के अतीत के आधार पर ही भारत को समझने का प्रयास किया, उनको तो आशंका थी, इतना बड़ा विशाल देश, इतनी बड़ी आबादी, इतनी विविधता, ये आदतें, ये स्वभाव, शायद ये भारत इतनी बड़ी लड़ाई नहीं लड़ पाएगा, भारत अपने आप को बचा नहीं पाएगा, यही उनकी सोच थी। लेकिन आज स्थिति क्या है? मेड इन इंडिया कोविड टीके, कोविड वैक्सीन दुनिया में सबसे प्रभावी है। आज भारत 100% पहली डोज
इस लक्ष्य के निकट करीब करीब पहुंच रहा है और लगभग 80% सेकंड डोज उसका पड़ाव भी पूरा कर लिया है। माननीय अध्यक्ष जी, कोरोना एक वैश्विक महामारी थी, लेकिन उसे भी दलगत राजनीति के लिए उपयोग में लाया जाए, क्या ये मानवता के लिए अच्छा है? भारत जैसे आपको मैं मौका दूं, प्लीज प्लीज। माननीय अध्यक्ष जी, मैंने प्लीज अधीर रंजन जी, आपको पर्याप्त समय माननीय अध्यक्ष जी, प्लीज प्लीज। माननीय अध्यक्ष जी, मैंने तो किसी का नाम नहीं दिया। कोई भी टोपी पहन लेने की क्या जरूरत है जी? अरे क्यों? लेकिन जब आप खड़े ही हो गए तो अब मैं नाम दे करके बोलना चाहता हूं। अब आप खड़े ही हो गए हैं तो मैं नाम दे करके बोलना चाहता हूं। इस कोरोना काल में कांग्रेस ने तो हद कर दी। पहली लहर के दौरान मौका दूंगा आपको, प्लीज। देखिए माननीय सदस्य, प्लीज बैठिए, ये तरीका ठीक नहीं है। आपको मैंने पर्याप्त, प्लीज बैठिए, प्लीज 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 प्लीज। माननीय अध्यक्ष जी, अभी तो मैंने सिर्फ इतना का हद कर दी। प्लीज। पहली लहर के दौरान आपको मैंने देश जब पर्याप्त अवसर दिया था। लॉकडाउन का पालन कर रहा था, जब WHO दुनिया भर के लोगों को सलाह देता था, सारे हेल्थ एक्सपर्ट कह रहे थे कि जो जहां है वहीं पर रुके। सारी दुनिया में यह संदेश दिया जाता था, क्योंकि मनुष्य जहां जाएगा, अगर वो कोरोना से संक्रमित है तो कोरोना साथ ले जाएगा। तब कांग्रेस के लोगों ने क्या किया? मुंबई के रेलवे स्टेशन पर खड़े रह करके मुंबई छोड़कर जाने के लिए प्रोत्साहित करने के लिए मुंबई में श्रमिकों को टिकट दिया गया, मुफ्त में टिकट दिया गया, लोगों को प्रेरित किया गया कि जाओ महाराष्ट्र में हमारे पर जो बोझ है वो जरा कम हो, और जाओ, तुम उत्तर प्रदेश के हो, तुम बिहार के हो, जाओ वहां कोरोना फैलाओ। आपने ये बहुत बड़ा पाप किया, अफरा तफरी का माहौल खड़ा कर दिया। आपने हमारे श्रमिक भाइयों बहनों को अनेक परेशानियों में धकेल दिया। और माननीय अध्यक्ष जी, उस समय दिल्ली में ऐसी सरकार थी जो है, उस सरकार ने तो जीप पर माइक बांध करके दिल्ली की झुग्गी झोपड़ी में गाड़ी घुमा करके लोगों को कहा, संकट बड़ा है, भागो, गांव जाओ, घर जाओ। और दिल्ली से जाने के लिए बसें दी, आधे रास्ते छोड़ दिया और श्रमिकों को लिए अनेक मुसीबतें पैदा की। और उसका कारण हुआ कि यूपी में, उत्तराखंड में, पंजाब में जिस कोरोना की इतनी गति नहीं थी, इतनी तीव्रता नहीं थी, इस पाप के कारण कोरोना ने
वहां भी अपनी लपेट में ले लिया। माननीय अध्यक्ष जी, ये कैसी राजनीति है? मानव जात पर संकट के समय ये कैसी राजनीति है? ये दलगत राजनीति कब तक चलेगी? आदरणीय अध्यक्ष जी, कांग्रेस के इस आचरण से सिर्फ मैं ही नहीं, पूरा देश अचंभित है। 2 साल से देश 100 साल के सबसे बड़े संकट से मुकाबला जूझ कर रहा है। कुछ लोगों ने जिस प्रकार का व्यवहार किया, देश उससे सोच में पड़ गया है। क्या ये देश आपका नहीं है? क्या ये देश के लोग आपके नहीं हैं? क्या उनके सुख दुख आपके नहीं हैं? इतनी बड़ी संकट आया, कई राजनीतिक दल के नेता जरा आत्मनिरीक्षण करें। कितने राजनीतिक दल के नेता जो जनता के माने हुए नेता अपने आप को मानते हैं, उन्होंने लोगों को रिक्वेस्ट की हो, अपील की हो, भाई कोरोना का एक ऐसा संकट है, वैश्विक महामारी है, आप मास्क पहनो, हाथ धोना रखो, 2 गज की दूरी रखो। कितने नेता हैं? क्या ये बार बार देश की जनता को अगर कहते तो उसमें कोई बीजेपी की सरकार को क्या फायदा होने वाला था? मोदी को क्या फायदा होने वाला था? लेकिन इतने बड़े संकट में भी इतना सा पवित्र काम करने से भी चूक गए। इसलिए माननीय अध्यक्ष जी, कुछ लोग हैं उनको ये इंतजार था कि कोरोना वायरस मोदी की छवि को चपेट में ले लेगा। बहुत इंतजार किया और कोरोना ने भी आपके धैर्य की बड़ी कसौटी की है। आए दिन आप लोग औरों को नीचा दिखाने के लिए महात्मा गांधी का नाम लेते हैं। महात्मा गांधी की स्वदेशी की बात, इसको बार बार दोहराने में हमें कौन रोकता है? अगर मोदी वोकल फॉर लोकल कहता है, मोदी ने कहा इसलिए शब्दों को छोड़ दो भाई, लेकिन क्या आप नहीं चाहते हैं देश आत्मनिर्भर बने? जिस महात्मा गांधी के आदर्शों की बात करते हैं, तब भारत में इस अभियान को ताकत देने में, जुड़ने में आपका क्या जाता था? उसका नेतृत्व आप लीजिए। महात्मा गांधी जी के स्वदेश के निर्णय को आगे बढ़ाइए। ਵੱਡੇ ਬਾਦਲ ਅਕਾਲੀ ਦਲ ਦਾ ਖਾਤਮਾ ਆਪਣੇ ਅੱਖੀ ਵੇਖਣਗੇ ਭਗਵੰਤ ਮਾਨ। ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਵੱਲੋਂ ਹਲਕਾ ਲੰਬੀ ਤੋਂ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਕੁੱਡੀਆ ਅਤੇ ਮਲੋੜ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬਲਜੀਤ ਕੌਰ ਦੇ ਹੱਕ 'ਚ ਇੱਕ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ। ਇਹ ਰੋਡ ਸ਼ੋਅ ਲੰਬੀ ਤੋਂ ਸ਼ੁਰੂ ਹੋ ਕੇ ਮਲੋੜ ਸ਼ਹਿਰ ਦੇ ਬਾਜ਼ਾਰਾਂ ਤੇ ਵਿਰਕ ਖੇੜਾ ਪਿੰਡਾਂ ਵਿੱਚੋਂ ਲੰਘਿਆ। ਉਹ ਬਟਨ ਵੀ ਪਹਿਲੇ ਨੰਬਰ ਤੇ ਆ, ਆਉਣਾ ਵੀ ਪਹਿਲੇ ਨੰਬਰ ਤੇ। तो ਵੀਰੋ, ਕੋਈ ਪੈਸੇ ਕਮਾਉਣ ਨਹੀਂ ਆਏ, ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਬਈ। ਮੈਂ ਵੀ ਫਿਲਮਾਂ ਟੀਵੀਆਂ ਚੋਂ ਬਥੇਰੇ ਪੈਸੇ ਕਮਾ ਲੈਂਦਾ। ਮੇਰੀ ਟੀਮ ਹੀ ਆ ਜਿਹੜੀ ਫਿਲਮਾਂ 'ਚ ਕੰਮ ਕਰਦੀ ਆ, ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਰਾਣਾ ਰਣਵੀਰ, ਦੇਵ ਖਰੋੜ, ਸਾਰੇ ਮੇਰੇ ਸਾਥੀ ਸੀਗੇ ਜੁਗਨੂ ਵਗੈਰਾ ਜਿਹੜੇ ਸੀਰੀਅਲ ਚੱਲਦੇ ਸੀ। ਪਰ ਮੈਂ ਉਹਨਾਂ ਨੂੰ ਆਖਿਆ ਬਈ ਤੁਸੀਂ ਕਰ ਲਓ। ਮੇਰੇ ਦਿਲ 'ਚ ਤਾਂ ਇਹ ਹੈ ਕਿ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਚੁੱਲ੍ਹੇ 'ਚ ਅੱਗ ਮੱਚਦੀ ਹੋਵੇ। ਮੇਰਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ, ਮੇਰਾ ਨੌਜਵਾਨ ਜਦੋਂ ਖੇਤੀ ਲੀਹ ਤੇ ਆਊਗੀ ਆਪੇ ਹਾਸੇ ਆਉਣਗੇ। ਜਦੋਂ ਨੌਜਵਾਨ ਨੌਕਰੀ ਮਿਲ ਗਈ ਆਪੇ ਹਾਸੇ ਆਉਣਗੇ। ਜਦੋਂ ਇਲਾਜ ਮਿਲ ਗਿਆ ਆਪੇ ਹਾਸੇ ਆਉਣਗੇ। ਤੇ ਜਦੋਂ ਚਿੱਟਾ ਖਤਮ ਹੋ ਗਿਆ
आपे आपे खुशी आऊगी। जो माफिया राज खत्म हो गया आपे खुशी आऊगी। जो सच्ची नीयत वाली सरकार आ गई आपे खुशी आऊगी। मेरे वर्गे कमले नूं किसी ने कहा, कहना जिन्ना समा तू इधर लाया अपने कामकार ते ला लेंदा, हुण तक तू मेरे मित्रा पैसे बहुत कमा लेंदा, पैसे नाल पोजीशन बनदी, कोई कारोबार चला लेंदा, धनिया दी सूची विच तू भी अपना नाम लिखवा लेंदा। अग्यों जवाब आया फिर, कहना गल तां तेरी ठीक है मित्रा, गल तां तेरी ठीक है मित्रा, मैं पैसे बहुत कमा लेंदा, धनिया दी सूची विच मैं भी अपना नाम लिखवा लेंदा, पर रुखां नाल छावां मिटदियां, ਇਹ ਸਮਾਂ ਸਭ ਨੂੰ ਢਾ ਲੈਂਦਾ। ਕਿੰਨੇ ਧਨੀ ਹੋ ਤੁਰ ਗਏ, ਕੌਣ ਕਿਸੇ ਦਾ ਨਾਂ ਲੈਂਦਾ, ਕੌਣ ਲਿਖਦਾ ਫਿਰ ਸੱਚੀ ਗੁਰਬਾਣੀ, ਜੇ ਨਾਨਕ ਹੱਟੀ ਪਾ ਲੈਂਦਾ। ਜੇ ਗੁਰੂ ਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ, ਫਿਰ ਸੱਚ ਦਾ ਹੋਕਾ ਕੌਣ ਦਿੰਦਾ ਉਦਾਸੀਆਂ ਕਰ ਕਰਕੇ, ਫਿਰ ਜ਼ੁਲਮ ਦੇ ਖਿਲਾਫ ਕੌਣ ਬੋਲਦਾ, फिर बाबर दी चक्कियां नूं कौन आटोमैटिकली चलाउंदा, फिर पंजियां नाल पहाड़ कौन रोकदा। सो वीरो आपां उस गुरु दे बच्चे हां, उन्हां दे आपां पैरां दी धूड़ वर्गे भी नहीं हैगे, पर अपने कोले खजाना बहुत वड्डा उन्हां दा जिहड़ा लिखती है, जो लिख गए वो पवन गुरु पानी पिता माता धरत महत, वो पवन हवा भी आपां जहरीली कर ली, पानी पिता पानी अपना धरती वाला भी खत्म हो जाता है, ते काले रंग का पानी मिली जाता वो जहरीला कर लिया, ते धरती माता ओदे स्प्रे कर करके आपां ओनू भी, ये तिन्ने दर्जे आपां कायम कराने ने, ये वापस लेके आने ने ये तिन्ने दर्जे। ते उन्होंने तो यह भी लिखा सी, उत्तम खेती मध्यम व्यापार निखिद्ध चाकरी, खेती नूं नंबर 1 ते रखिया सी, ते व्यापार नूं विचाले रखिया सी, चाकरी नौकरी नूं तीजे नंबर ते, अज तीजे नंबर वाला पहले नंबर ते असीं जमीन बेचण नूं तैयार हां नौकरी वास्ते। जे आपां खेती नूं लाहेवंद धंधा बना लईए, खेती नौकरी तो भी वध प्रॉफिट देवे, नवीं नवीं तकनीकां नाल खेती करिए, पंजाब एग्रीकल्चर यूनिवर्सिटी नूं जिउंदी करिए, नवीं नवीं खोजां करिए, ते फिर प्रोडक्शन कॉस्ट घटा के खेती लाहेवंद धंधा बनाइए। ये मेरे दिल दे विच गल्लां पईयां ने, मैं तां तवीत बनाई बैठा, डौड़े फड़ाओ करा बन्नीए। ਹੁਣ ਸੀਐਮ ਦੀ ਬ੍ਰਾਂਡਿੰਗ 'ਚ ਰੂਜੀ ਕਾਂਗਰਸ, ਚੰਨੀ ਕਰਦਾ ਮਸਲੇ ਹੱਲ ਗੀਤ ਕੀਤਾ ਪੇਸ਼। ਪੰਜਾਬ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨ ਦਿੱਤਾ ਹੈ। ਇਸ ਦੇ ਨਾਲ ਹੀ ਪਾਰਟੀ ਨੇ ਚੰਨੀ ਕਰਦਾ ਮਸਲੇ ਹੱਲ ਗੀਤ ਵੀ ਲਾਂਚ ਕਰ ਦਿੱਤਾ ਹੈ। ਗੀਤ ਚੰਨੀ ਵੱਲੋਂ 3 ਮਹੀਨਿਆਂ ਵਿੱਚ ਕੀਤੇ ਕੰਮਾਂ ਬਾਰੇ ਦੱਸਿਆ ਗਿਆ ਹੈ। ਉਹਨਾਂ ਨੂੰ ਜਨ ਨੇਤਾ ਵਜੋਂ ਪੇਸ਼ ਕੀਤਾ ਗਿਆ ਹੈ। ਗੀਤ ਵਿੱਚ ਰੇਤ, ਬਿਜਲੀ, ਪਾਣੀ ਵਰਗੇ ਮੁੱਦਿਆਂ ਨੂੰ ਲੈ ਕੇ 3 ਮਹੀਨਿਆਂ ਦੀਆਂ ਪ੍ਰਾਪਤੀਆਂ ਦੱਸੀਆਂ ਗਈਆਂ ਹਨ। ਪਿਛਲਾ ਤਾਂ ਸੀ ਆਉਂਦਾ ਹੀ ਨਹੀਂ, ਇਹ ਹੁਣ ਕਹਿੰਦੇ ਸੌਂਦਾ ਹੀ ਨਹੀਂ, ਪਿਛਲਾ ਤਾਂ ਸੀ ਆਉਂਦਾ ਹੀ ਨਹੀਂ, ਇਹ ਹੁਣ ਕਹਿੰਦੇ ਸੌਂਦਾ ਹੀ ਨਹੀਂ, ਖੜੇ ਖੜੇ ਹੀ ਆਊਟਰ ਹੁੰਦੇ, ਇਹ ਨਹੀਂ ਕਰਦਾ ਕੀ ਅੱਜ ਕੱਲ, ਸਾਰੇ ਮਸਲੇ ਹੱਲ ਕਰਾਂਗੇ, ਆਓ ਘਰ ਘਰ ਦੇ ਵਿੱਚ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ, ਘਰ ਘਰ ਦੇ ਵਿੱਚ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ। सस्ते करते महंगे मिलते जिथे सी, जिनू मिलिए ही कहता ये बंदा हुण तक किथे सी, जिनू मिलिए ही कहता ये बंदा हुण तक किथे सी। 5 साल जे फेर आ गया तुरू पंजाब तरक्की वल, आओ घर घर दे विच चली गल, चन्नी करदा मसले हल, घर घर दे विच चली गल, चन्नी करदा मसले हल। ਸੁਨਾਮ 'ਚ ਕਾਂਗਰਸ ਨੂੰ ਝਟਕਾ, ਟਿਕਟ ਕੱਟੇ ਜਾਣ ਤੋਂ ਬਾਅਦ ਨਾਰਾਜ਼ ਦਮਨ ਭਾਜਪਾ ਬੀਜੇਪੀ 'ਚ ਹੋਈ ਸ਼ਾਮਿਲ। ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਹੈ ਤੇ ਕਾਂਗਰਸ ਦੇ ਕਈ ਲੀਡਰ ਪਾਰਟੀ ਛੱਡ ਰਹੇ ਹਨ। ਇਸ ਵਾਰ ਕਾਂਗਰਸ ਨੂੰ ਸੁਨਾਮ ਤੋਂ ਝਟਕਾ ਲੱਗਾ ਹੈ। ਟਿਕਟ ਨਾ ਮਿਲਣ ਤੇ ਕਾਂਗਰਸ ਤੋਂ ਨਾਰਾਜ਼ ਚੱਲ ਰਹੀ ਦਮਨ ਥਿੰਦ ਭਾਜਪਾ ਅੱਜ ਭਾਜਪਾ ਵਿੱਚ ਸ਼ਾਮਿਲ ਹੋ ਗਈ ਹੈ। बहुत ही आदरणीय स्टेज पे बैठे बहुत ही सत्कारित गजेंद्र शेखावत जी, समूची बीजेपी दी लीडरशिप और मेरे नाल जिन्ने मेरे साथी अज अपनी अपनी पार्टी छड्ड के
ਬੀਜੇਪੀ ਵਿੱਚ ਸ਼ਾਮਿਲ ਹੋ ਰਹੇ ਆ ਔਰ ਵਿਸ਼ੇਸ਼ ਤੌਰ ਤੇ ਸਾਹਮਣੇ ਬੈਠੀ ਸਾਰੀ ਹੀ ਪ੍ਰੈਸ, ਤੁਸੀਂ ਸਾਰੇ ਸਾਡੇ ਸਾਥੀ ਹੋ। ਮੈਂ ਧੰਨਵਾਦੀ ਹਾਂ ਕਿ ਮੈਨੂੰ ਇੱਥੇ ਆਪਣੀ ਗੱਲ ਰੱਖਣ ਦਾ ਮੌਕਾ ਮਿਲਿਆ। ਅੱਜ ਦਾ ਜੋ ਇਹ ਫੈਸਲਾ ਹੈ, ਇਹ ਤੁਸੀਂ ਸਾਰੇ ਹੀ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਸਾਡੇ ਸਾਰਿਆਂ ਵਾਸਤੇ ਇੱਕ ਬਹੁਤ ਹੀ ਮੁਸ਼ਕਿਲ ਜਿਹੜਾ ਅਸੀਂ ਡਿਸੀਜਨ ਇਹ ਲਿਆ, ਇਹ ਸਾਡੀ ਜ਼ਿੰਦਗੀ ਦਾ, ਬਟ ਮੈਨੂੰ ਇਹ ਪਤਾ ਹੈ ਕਿ ਸਾਡੀ ਜ਼ਿੰਦਗੀ ਦਾ ਉਹ ਟਰਨਿੰਗ ਪੁਆਇੰਟ ਹੋਊਗਾ ਜਿਸ ਵਿੱਚ ਅਸੀਂ ਸ਼ਾਇਦ ਜੋ ਸਾਡੇ ਵਰਗੇ ਸਧਾਰਨ ਘਰ ਦੇ ਨੌਜਵਾਨ, ਮੈਂ ਇੱਕ ਬੜੇ ਹੀ ਆਮ ਜਿਹੇ ਘਰ ਤੋਂ ਸੰਬੰਧ ਰੱਖਦੀ ਹਾਂ, ਮੈਂ ਇੱਕ ਫੌਜੀ ਦੀ ਬੇਟੀ ਹਾਂ ਔਰ ਕਾਂਗਰਸ ਪਾਰਟੀ ਦੇ ਵੀ ਜਿਹੜੇ ਮੇਰੇ ਇੰਨੇ ਅਹੁਦੇ ਗਿਣਾਏ ਗਏ ਉਹ ਸਾਰੇ ਹੀ ਅਹੁਦੇ ਤਕਰੀਬਨ ਮੈਂ ਆਪਣੀ ਮਿਹਨਤ ਨਾਲ ਹਾਸਲ ਕੀਤੇ ਹੈ। ਮੈਂ ਜ਼ਮੀਨੀ ਪੱਧਰ ਤੇ ਕੰਮ ਕੀਤਾ ਹੈ, ਮਿਹਨਤ ਕੀਤੀ ਹੈ ਔਰ ਮੈਨੂੰ ਉਸ ਤੇ ਬੜਾ ਮਾਣ ਹੈ। ਮੈਂ ਕਾਂਗਰਸ ਪਾਰਟੀ ਵਿੱਚ ਜੋ ਵੀ ਕੰਮ ਕੀਤਾ ਉਸ ਦੇ ਲਈ ਮੈਨੂੰ ਮੇਰੀ ਰੈਕਗਨੀਸ਼ਨ ਵੀ ਮਿਲੀ ਔਰ ਸਿਰਫ ਠੇਸ ਉਦੋਂ ਪਹੁੰਚੀ ਜਦੋਂ ਮੈਨੂੰ ਇਹ ਲੱਗਾ ਕਿ ਮਿਹਨਤ ਨੂੰ ਇਗਨੋਰ ਕਰਕੇ ਕਿਤੇ ਨਾ ਕਿਤੇ ਅੱਜ ਕਾਂਗਰਸ ਪਾਰਟੀ ਆਪਣੀ ਆਈਡੀਓਲੋਜੀ ਤੋਂ ਭਟਕ ਕੇ ਪਰਿਵਾਰਵਾਦ ਨੂੰ ਜਿਹੜਾ ਹੈਗਾ ਉਹ ਬੜਾਵਾ ਦਿੱਤਾ ਜਾ ਰਿਹਾ ਹੈ। ਜੇ ਮੈਂ ਗੱਲ ਕਰਾਂ, ਮੈਂ ਸੁਨਾਮ ਤੋਂ ਸੰਬੰਧ ਰੱਖਦੀ ਹਾਂ। ਮੈਂ 5 ਸਾਲ ਦਿਨ ਰਾਤ ਉੱਥੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਸੀਗਾ, ਸੁਨਾਮ ਦੇ ਲੋਕਾਂ ਲਈ ਕੰਮ ਕੀਤਾ ਸੀਗਾ, ਬਟ ਮੇਰੀ ਮਿਹਨਤ ਨੂੰ ਇਗਨੋਰ ਕਰਕੇ ਉੱਥੇ ਕਿਸੇ ਐਮਐਲਏ ਦੇ ਬੇਟੇ ਨੂੰ, ਭਤੀਜੇ ਨੂੰ ਉੱਥੇ ਭੇਜਿਆ ਗਿਆ ਜਿਹੜੇ ਕਿ ਸੁਨਾਮ ਦੇ ਰਹਿਣ ਵਾਲੇ ਵੀ ਨਹੀਂ ਔਰ ਬਾਹਰੋਂ ਆਏ ਹੋਏ ਨੇ। ਔਰ ਇਹ ਸਾਰਾ ਕੁਝ ਇਹ ਸਾਰੀ ਜਿਹੜੀ ਸਕੀਮ ਸੀਗੀ, ਇੱਕ ਲੀਡਰ ਦੀ ਸੋਚ, ਇੱਕ ਲੀਡਰ ਦੀ ਈਗੋ ਕਰਕੇ ਇਹ ਸਾਰਾ ਕੁਝ ਕੀਤਾ ਗਿਆ। ਸੋ ਉਸ ਦੇ ਖਿਲਾਫ ਜਿਹੜੀ ਮੇਰੀ ਲੜਾਈ ਹੈ ਉਹ ਜਾਰੀ ਰਹੇਗੀ, ਪਰਿਵਾਰਵਾਦ ਦੇ ਖਿਲਾਫ। ਕਿਸੇ ਨਾਲ ਮੇਰੀ ਕੋਈ ਨਿੱਜੀ ਲੜਾਈ ਨਹੀਂ। ਸ਼ੇਖਾਵਤ ਸਾਹਿਬ ਨੇ ਬਹੁਤ ਮਾਣ ਬਖਸ਼ਿਆ, ਮੇਰੇ ਘਰ ਆਏ ਔਰ ਜਦੋਂ ਮੈਂ ਇਹਨਾਂ ਨਾਲ ਗੱਲਬਾਤ ਕੀਤੀ, ਇਹਨਾਂ ਨੇ ਬਹੁਤ ਮੈਨੂੰ ਗੱਲਾਂ ਇਹੋ ਜਿਹੀਆਂ ਦੱਸੀਆਂ ਸ਼ਾਇਦ ਮੈਨੂੰ ਕਾਂਗਰਸ ਵਿੱਚ ਰਹਿੰਦੇ ਹੋਏ ਬੀਜੇਪੀ ਬਾਰੇ ਨਹੀਂ ਸੀ ਪਤਾ। ਤੇ ਸਭ ਤੋਂ ਜ਼ਿਆਦਾ ਜਿਹੜੀ ਗੱਲ ਮੈਨੂੰ ਇਹਨਾਂ ਦੀ ਅਟਰੈਕਟ ਕੀਤੀ, ਜਿਹੜੀ ਗੱਲ ਨੇ ਮੈਨੂੰ ਪ੍ਰੇਰਿਤ ਕੀਤਾ ਅੱਜ ਇਹ ਕਦਮ ਉਠਾਉਣ ਵਾਸਤੇ, ਉਹ ਇਹ ਸੀ ਕਿ ਬੀਜੇਪੀ ਵਿੱਚ ਮਿਹਨਤੀ ਲੋਕਾਂ ਨੂੰ ਪਹਿਲ ਦਿੱਤੀ ਜਾਂਦੀ ਹੈ, ਕੰਮ ਨੂੰ ਤਰਜੀਹ ਦਿੱਤੀ ਜਾਂਦੀ ਹੈ, ਨਾ ਕਿ ਪਰਿਵਾਰਵਾਦ ਨੂੰ ਜਾਂ ਕਿਸੇ ਲੀਡਰ ਜਾਂ ਮਿਨਿਸਟਰ ਦੇ ਬੇਟੇ ਨੂੰ। ਸੋ ਇਸ ਚੀਜ਼ ਦਾ ਮਾਣ ਕਰਦੇ ਹੋਏ, ਇਸ ਚੀਜ਼ ਤੇ ਵਿਸ਼ਵਾਸ ਕਰਦੇ ਹੋਏ ਅੱਜ ਮੈਂ ਜੋ ਮੇਰਾ ਪਿਛਲਾ ਉਹ ਚੈਪਟਰ ਸੀ, ਕਾਂਗਰਸ ਦਾ ਜੋ ਚੈਪਟਰ ਸੀ ਉਹ ਬਹੁਤ ਵਧੀਆ ਇੱਕ ਚੈਪਟਰ ਸੀ, ਪਰ ਮੈਂ ਅੱਜ ਇਹ ਯਕੀਨ ਨਾਲ ਇਸ ਮੰਚ ਤੋਂ ਕਹਿ ਸਕਦੀ ਹਾਂ ਕਿ ਮੈਂ ਉਸ ਤੋਂ ਵੀ ਇੱਕ ਬਿਹਤਰ ਚੈਪਟਰ ਵਿੱਚ ਜਿਹੜਾ ਹੈਗਾ ਪੈਰ ਰੱਖਣ ਜਾ ਰਹੀ ਔਰ ਇੱਕੋ ਇੱਕ ਟੀਚੇ ਨਾਲ ਇਸ ਪਾਸੇ ਆਈ ਹਾਂ। ਸੁਨਾਮ ਆਪਣੇ ਇਲਾਕੇ ਦਾ ਵਿਕਾਸ, ਜੋ ਕਿ ਮੈਨੂੰ ਲੱਗਦਾ ਹੈ ਕਿ ਬੀਜੇਪੀ ਜੋ ਕਿ ਇੱਕ ਨੈਸ਼ਨਲ ਲੈਵਲ ਦੀ ਪਾਰਟੀ ਹੈ ਔਰ ਜੋ ਬਹੁਤ ਹੀ ਤੇਜ਼ੀ ਨਾਲ ਵਿਕਾਸ ਵੱਲ ਪੂਰੇ ਹਿੰਦੁਸਤਾਨ ਵਿੱਚ, ਦੇਸ਼ ਭਰ ਵਿੱਚ ਜਿਹੜੀ ਆਪਣਾ ਇੱਕ ਨਾਮ ਬਣਾ ਰਹੀ ਹੈ, ਪਹੁੰਚ ਬਣਾ ਰਹੀ ਹੈ। ਤੇ ਅਸੀਂ ਵੀ ਸੁਨਾਮ ਵਿੱਚ ਜੋ ਜੋ ਸ਼ਹੀਦ ਊਧਮ ਸਿੰਘ ਜੀ ਧਰਤੀ ਲਈ ਜੋ ਜੋ ਸੁਪਨੇ ਸਜਾਏ ਹੈ, ਉਹ ਸਾਨੂੰ ਇਸ ਪਾਰਟੀ ਨਾਲ ਜੁੜ ਕੇ ਅਸੀਂ ਉਹਨਾਂ ਨੂੰ ਮੁਕੰਮਲ ਕਰਨ ਵਿੱਚ ਕਾਮਯਾਬ ਰਵਾਂਗੇ। ਮੈਂ ਇੰਟਰੋਡਿਊਸ ਕਰਾਉਣਾ ਚਾਹੁੰਦੀ ਹਾਂ, ਮੇਰੇ ਨਾਲ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਜੀ, ਜੋ ਕਿ ਇੱਕ ਬੜੇ ਹੀ ਉੱਗੀ ਸ਼ਖਸੀਅਤ ਨੇ, ਸੁਨਾਮ ਦੀ ਕੰਬੋਜ ਬਰਾਦਰੀ ਦਾ ਇੱਕ ਜਿਹੜੇ ਕਹਿੰਦੇ ਕਿ ਪਹਿਲੀ ਕਤਾਰ ਦੇ ਲੀਡਰ ਨੇ ਔਰ ਬਹੁਤ ਲੰਮੇ ਸਮੇਂ ਤੋਂ ਜਿਹੜੇ ਸੋਸ਼ਲ ਵਰਕ ਨਾਲ ਜੁੜੇ ਹੋਏ ਨੇ, ਅੱਜ ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਨੇ ਔਰ ਪੂਰੀ ਮੈਜੋਰਟੀ ਦੇ ਪ੍ਰਧਾਨ ਨੇ। ਇਹਨਾਂ ਨੇ ਵੀ ਆਪਣੀ ਇਸ ਧੀ ਨਾਲ ਇਹ ਫੈਸਲਾ ਲਿਆ ਔਰ ਅੱਜ ਬੀਜੇਪੀ ਵਿੱਚ ਸ਼ਾਮਲ ਹੋਇਆ। ਮੈਂ ਤੁਹਾਨੂੰ ਸਾਰਿਆਂ ਨੂੰ ਇਹਨਾਂ ਨਾਲ ਵੀ ਰੂਬਰੂ ਕਰਾਉਣਾ ਚਾਹੁੰਦੀ ਹਾਂ। ਮੇਰੇ ਨਾਲ ਸਾਡੇ ਸੁਨਾਮ ਦੇ ਯੂਥ ਕਾਂਗਰਸ ਦੇ ਪ੍ਰਧਾਨ ਔਰ ਸਾਡੇ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਸੰਗਰੂਰ ਦੇ, ਉਹ ਵੀ ਸਾਡੇ ਵਿੱਚ ਸ਼ਾਮਲ ਹੋਇਆ, ਹਿੰਮਤ ਬਾਜਵਾ ਜੀ ਔਰ ਪਰਮਿੰਦਰ ਭੁੱਲਰ ਜੀ ਯੂਥ ਕਾਂਗਰਸ ਦੇ ਪ੍ਰਧਾਨ ਨੇ, ਅਸ਼ਵਨੀ ਸਿੰਗਲਾ ਜੀ ਜੋ ਕਿ ਅਗਰਵਾਲ ਬਰਾਦਰੀ ਦੇ ਕਾਂਗਰਸ ਦੇ ਇੱਕ ਬੜੇ ਜਾਣੀ ਮਾਣੀ ਹਸਤੀ ਸਨ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਮੈਂ ਬੀਜੇਪੀ ਪਰਿਵਾਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਸਮੁੱਚੀ ਲੀਡਰਸ਼ਿਪ ਦਾ। So well, Harman and Mia family. So ਮੇਰੇ husband Harman Bajwa ji, ਜਿਨ੍ਹਾਂ ਦਾ ਮੇਰੇ ਤੋਂ ਵੀ ਲੰਬਾ ਸੰਘਰਸ਼ ਹੈ। He has been associated with Congress party from the last 22 years. So ਉਹ 22 ਸਾਲਾਂ ਦਾ ਰਿਸ਼ਤਾ ਅੱਜ ਇਹ ਤੋੜ ਕੇ ਅੱਜ ਬੀਜੇਪੀ ਵਿੱਚ ਮੇਰੇ ਨਾਲ ਸ਼ਾਮਲ ਹੋਇਆ। So Harman Bajwa ji has had a very long struggle in Congress, but somewhere our work failed to shine and ਕਿਤੇ ਨਾ ਕਿਤੇ ਪਰਿਵਾਰਵਾਦ
ਜਿਹੜਾ ਉਹ ਕੰਮ ਤੋਂ ਉੱਪਰ ਹੋ ਗਿਆ ਔਰ ਕਿਸੇ ਇੱਕ ਲੀਡਰ ਦੀ ਈਗੋ ਜਿਹੜੀ ਆ ਉਹ ਉੱਪਰ ਹੋ ਗਈ, ਜਿੱਥੇ ਸਾਰੀਆਂ ਆਰਗੇਨਾਈਜੇਸ਼ਨ, ਸਾਰੇ ਲੌਜਿਕਸ, ਸਾਰੇ ਸਰਵੇ ਸਭ ਕੁਝ ਫੇਲ ਹੋ ਗਏ, ਸਿਰਫ ਭਰਾ ਭਤੀਜਾਵਾਦ ਜਿਹੜਾ ਹੈ ਉਹ ਹਾਵੀ ਹੋ ਗਿਆ। ਧੰਨਵਾਦ। ਮੈਂ ਬੇਨਤੀ ਕਰਾਂਗਾ ਹੁਣ ਅਮਰਜੀਤ ਸਿੰਘ ਟਿੱਕਾ ਜੀ ਨੂੰ ਕਿ ਉਹ ਵੀ ਆਪਣੇ ਵਿਚਾਰ ਤੁਹਾਡੇ ਸਾਹਮਣੇ ਰੱਖਣਗੇ। परम सत्कारयोग श्री जोगिंदर शेखावत जी, यूनियन मिनिस्टर, मंच से बैठे और सारे पतवंते सज्जन। सो अज मैं एक कांग्रेस का कार्यकर्ता वर्कर होने के नाते कह लो भी जिन्हों की चौथी जनरेशन 4 पुस्तां तो कांग्रेस पार्टी की सेवा, मेरे ग्रैंडफादर, मेरे फादर और मैं और अगों साडे बच्चे। सो कारण ये है कि जेड़ा जो कल्चर आज कांग्रेस में, ये कल्चर इतना भ्रष्ट, इतना कि कह लो भी करप्शन इतनी बड़ी भी आज पंजाब में टिकटें बेची जा रही हैं और सारा पैसा पंजाब 1 करोड़ करोड़ 2-2 करोड़ 3-3 करोड़ और सारा पैसा पंजाब का यूपी पे चुनाव में खर्च किया जा रहा है। और जेड़े ये लोग ने, ये कौन लोग ने जेड़े इत्थों पंजाब जेड़े लोग रेता दी माइनिंग करते हैं, सैंड माफिया, और जेड़े शराब दे माफिया चला रही है, जिन्हां दियां पंजाब दे विच नकली शराब दियां फैक्ट्रियां चलदियां। ये लोग अज पैसे दे दम ते अपनी टिकट, अपने परिवारां दी टिकट, अपने भरावां दियां, अपने भैणोई, अपने चाचा भतीजा, सारे ये रल के एक नैक्सस बन चुके हैं। और मैं तो इत्थों तक भी कहूँगा भी 117 सीटां इन्होंने टिकटां बेचियां और चन्नी और जेड़ा नवजोत सिद्धू है, और मैं कह सकता भी ये टिकटां भी बेची गई। चलो सिद्धू ने पैसे नहीं दिते, उन्हें पैसे उतो दवाते जेड़ा सिंगर गाण वाला कांग्रेस पार्टी शामिल किया अपना सिद्धू मूसेवाला, उहदे तो रुपया 20 करोड़ दवाता पार्टी फंड। और चन्नी ने पैसे और मालविका सूद, सोनू सूद तो फंडिंग करवाते। ये जेड़ा यूपी का इलेक्शन है, इको ही गल भी वो प्रियंका जी लड़ रही है, कांग्रेस का प्रेस्टीज इशू है और यूपी में भाजपा के साथ मुकाबला है, वहां पैसा चाहिए। सो ये कल्चर तो दुखी होके असी इन्हां नूं अज बीजेपी नूं ज्वाइन किया। और उस तो वड्डा कारण मैनू खुशी है इस गल दी कि असी बीजेपी ज्वाइन कर रहे हैं और जिहदा लीडर नरेंद्र मोदी, और उहदे 2 काम जेड़े बहुत वड्डे उन्होंने किए। एक तो करतारपुर साहब का कॉरीडोर सब तो वड्डा, 70-80 साल से हम लोग असी पंजाब दे अरदास बेनती भी साडा कॉरीडोर, गुरु नानक साहब दे घर दे दर्शन। सो नरेंद्र मोदी जी ने वो काम किया। और दूसरा सब तो बड़ा छोटे साहिबजादे कलगीधर पातशाह दे जेड़े बच्चे है, उन्हां दा जेड़ा 26 दिसंबर का दिन है, उन्हां दी शहादत जदों छोटे साहिबजादियां नूं नीहां दे विच चढ़वाया गया, उन्हां दी शहादत का दिन बाल दिवस पूरी इंडिया दे विच भारत सरकार, ये बहुत वड्डे फैसले है। और सानू दुख है इस गल का कि ये फैसले कांग्रेस गवर्नमेंट नूं अज तो 15 साल पहलों जदों डॉक्टर मनमोहन सिंह इस देश के प्राइम मिनिस्टर सीगे, उन्हां नूं ये फैसले सिखां दे हक दे विच ये फैसले उन्हां नूं लेने, पर उन्होंने लए नहीं, मजबूरी कह लो उन्हां दी, क्योंकि हावी है नेहरू गांधी परिवार। सो मैनू खुशी है भी मैं अज उस पार्टी च ज्वाइनिंग मेरी अज हो रही है जिस पार्टी का लीडर
ਨਰਿੰਦਰ ਮੋਦੀ ਹੈ। ਥੈਂਕ ਯੂ। ਟਿੱਕਾ ਸਾਹਿਬ ਪੈਸੇ ਉਹ ਜੋ ਮਰਜ਼ੀ ਕਰਕੇ ਇਕੱਠੇ ਕਰੀ ਜਾਣ ਵੀ यूपी ਦੇ ਇਲੈਕਸ਼ਨ ਲਈ ਇਕੱਠੇ ਕਰ ਰਹੇ ਆ, यूपी 'ਚ ਮੁਕਾਬਲਾ ਹੈ ਨਹੀਂ ਕੋਈ, ਕਾਂਗਰਸ ਕਿਤੇ ਮੁਕਾਬਲੇ 'ਚ ਨਹੀਂ ਹੈਗੀ। ਹੁਣ ਮੈਂ ਬੇਨਤੀ ਕਰਦਾ ਸੁਖਵਿੰਦਰ ਸਿੰਘ ਬਿੰਦਰਾ ਜੀ ਨੂੰ ਕਿ ਉਹ ਵੀ ਆਪਣੀ ਗੱਲ ਤੁਹਾਡੇ ਸਾਹਮਣੇ ਰੱਖਣਗੇ। ਬਿੰਦਰਾ ਸਾਹਿਬ। ਸਤਿ ਸ਼੍ਰੀ ਅਕਾਲ ਸਰ। ਪਹਿਲੇ ਤਾਂ ਸਾਡੇ ਰਿਸਪੈਕਟਡ ਸਾਡੇ ਆਨਰੇਬਲ ਗਿੰਜਰ ਸਿੰਘ ਜੀ ਸ਼ੇਖਾਵਤ ਜੀ ਔਰ ਸਮੂਚੀ ਲੀਡਰਸ਼ਿਪ ਇੱਥੇ ਬੀਜੇਪੀ ਦੀ ਜੋ ਮੇਰੇ ਨਾਲ ਬੈਠੀ ਹੈ, ਮੈਂ ਦੱਸਣਾ ਚਾਹੁੰਦਾ ਕਿ ਮੇਰਾ ਪਾਸਟ ਕੀ ਸੀਗਾ। ਪਹਿਲੇ ਦੇਖਿਆ ਜਾਵੇ ਕਿ ਮੈਂ ਇੱਕ ਮਲਕੀ ਸਧਾਰਨ ਜਿਹੇ ਪਰਿਵਾਰ ਤੋਂ ਆਇਆ ਸੀ। ਇੱਕ ਪੈਸ਼ਨ ਸੀਗਾ। ਬੜੇ ਘੱਟ ਗਿਣਤੀ ਦੇ ਮੁੰਡੇ ਹੁੰਦੇ ਆ ਜਿਹੜੇ ਇੰਡੀਆ ਤੋਂ ਬਾਹਰ ਜਾਂਦੇ US, ਉੱਥੇ ਜਾ ਕੇ ਜੌਬ ਕਰਦੇ ਆ 5 ਸਾਲ। ਮੈਂ ਉਹਨਾਂ 'ਚੋਂ ਇੱਕ ਆ। ਮੈਂ ਕਨਵੈਂਟ ਸਕੂਲ 'ਚੋਂ ਸਕੂਲਿੰਗ ਕੀਤੀ, ਆਪਣੀ ਇੰਜੀਨੀਅਰਿੰਗ ਕੀਤੀ, ਮੌਕਾ ਮਿਲਿਆ ਬਾਹਰ US ਜਾਣ ਦਾ। 5 ਸਾਲ ਉੱਥੇ ਸਿਸਕੋ ਕੰਪਨੀ 'ਚ ਮੈਂ ਕੰਮ ਕੀਤਾ। ਕੰਮ ਕਰਕੇ ਮੇਰੇ ਮਾਪਿਓ ਲੁਧਿਆਣੇ ਸੀਗੇ, ਮੈਂ ਵਾਪਸ ਪਰਤਿਆ। ਇੱਕ ਪੈਸ਼ਨ ਸੀਗਾ ਕਿ ਦੇਸ਼ ਲਈ, ਯੂਥ ਲਈ ਕੁਝ ਕੰਮ ਕਰਨਾ। ਪਹਿਲੀ ਇਲੈਕਸ਼ਨ ਮੈਂ ਯੂਥ ਕਾਂਗਰਸ ਦੀ ਲੜੀ। ਮੈਂ ਲੁਧਿਆਣਾ ਵੈਸਟ ਦਾ ਪ੍ਰੈਜ਼ੀਡੈਂਟ ਬਣਿਆ। ਫਿਰ 3 ਸਾਲ ਬਾਅਦ ਮੈਂ ਡਿਸਟ੍ਰਿਕਟ ਦੀ ਇਲੈਕਸ਼ਨ ਲੜੀ, ਡਿਸਟ੍ਰਿਕਟ ਦਾ ਇੰਚਾਰਜ ਬਣਿਆ। ਫਿਰ 3 ਸਾਲ ਬਾਅਦ ਮੈਂ ਸਟੇਟ ਦੀ ਇਲੈਕਸ਼ਨ ਲੜੀ, ਸਟੇਟ ਦਾ ਸਪੋਕਸਮੈਨ ਬਣਿਆ ਔਰ ਸਟੇਟ ਦਾ ਸੈਕਟਰੀ ਬਣਿਆ। ਇੱਦਾਂ ਬਲਾਕ ਲੈਵਲ ਤੇ, ਡਿਸਟ੍ਰਿਕਟ ਲੈਵਲ ਤੇ, ਸਟੇਟ ਲੈਵਲ ਤੇ ਇਲੈਕਸ਼ਨਾਂ ਜਿੱਤ ਕੇ ਮੈਂ 12-13 ਸਾਲ ਯੂਥ ਕਾਂਗਰਸ ਮੈਂ ਆਪਣਾ ਕੈਰੀਅਰ ਕੀਤਾ। 4 ਸਾਲ ਪਹਿਲੇ ਮੈਨੂੰ ਪੰਜਾਬ ਯੂਥ ਵਿਕਾਸ ਬੋਰਡ ਦਾ ਚੇਅਰਮੈਨ ਲਾਇਆ ਗਿਆ। ਚੇਅਰਮੈਨ ਤਾਂ ਬਹੁਤ ਸਾਰੇ ਸੀ, ਬੋਰਡ ਵੀ ਬਹੁਤ ਸਾਰੇ ਸੀ, ਪਰ ਤੁਸੀਂ ਅੱਜ ਜੇ ਦੇਖੋ ਕਿ ਜਿਹੜੇ ਅਸੀਂ ਬੋਰਡ ਦੇ ਵਿੱਚ ਪਾਲਿਸੀਆਂ ਲੈ ਕੇ ਆਏ, ਸ਼ਾਇਦ ਕੋਈ ਅੱਜ ਤੱਕ ਲੈ ਕੇ ਨਹੀਂ ਆਇਆ। ਜੇ ਅਸੀਂ ਯੂਥ ਦੀ ਗੱਲ ਕਰੀਏ, ਸਪੋਰਟਸ ਕਿਟਸ CSR ਫੰਡ 'ਚੋਂ 5-10 ਕਰੋੜ ਦੀਆਂ CS ਸਾਨੂੰ ਇਹ ਸੀ ਕਿ ਅਸੀਂ ਯੂਥ ਨੂੰ ਕਿਵੇਂ ਡਿਵੈਲਪ ਕਰਨਾ ਹੈ, ਨਸ਼ੇ ਤੋਂ ਅਸੀਂ ਕਿਵੇਂ ਯੂਥ ਨੂੰ ਦੂਰ ਕਰਨਾ ਹੈ। ਪਰ ਬੜੀ ਅਨਫੋਰਚੂਨੇਟ ਗੱਲ ਇਹ ਹੋਈ ਕਿ ਮੈਨੂੰ ਕਦੀ ਸਰਕਾਰ ਦਾ ਸਾਥ ਨਹੀਂ ਮਿਲਿਆ। ਜਿੰਨੀਆਂ ਮੈਂ ਸਕੀਮਾਂ ਲੈ ਕੇ ਆਇਆ CSR ਫੰਡ 'ਚੋਂ, ਤੁਸੀਂ ਮੀਡੀਆ ਬੈਠੇ, ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ। ਤੁਸੀਂ ਪਿਛਲੇ 5 ਸਾਲ ਦਾ ਕਾਂਗਰਸ ਦਾ ਕੈਰੀਅਰ ਦੇਖਿਆ, ਮੈਨੂੰ ਦੱਸੋ ਇੱਕ ਵੀ ਬੋਰਡ ਜਾਂ ਡਿਪਾਰਟਮੈਂਟ CSR ਫੰਡ 'ਚੋਂ ਕੋਈ ਲੈ ਕੇ ਆਇਆ ਹੋਵੇ? ਕੋਈ ਨਹੀਂ ਲੈ ਕੇ ਆਇਆ। 2500 ਤੋਂ ਜ਼ਿਆਦਾ ਸਪੋਰਟ ਕਿਟਸ ਵੰਡੀਆਂ। ਦਿੱਲੀ ਰੋਡ ਤੇ ਮਿਨੀ ਸਟੇਡੀਅਮ ਤਿਆਰ ਕਰਵਾਇਆ। ਹਾਈਵੇ ਇੰਡਸਟਰੀਜ਼ ਨੂੰ ਨਾਲ ਲੈ ਕੇ। ਇਦਾਂ ਦੇ CRS ਫੰਡ 'ਚੋਂ ਅਸੀਂ ਉਪਰਾਲੇ ਕੀਤੇ ਕਿਉਂਕਿ ਸਰਕਾਰ ਵੱਲੋਂ ਸਪੋਰਟ ਨਹੀਂ ਸੀ, ਪਰ ਮੈਨੂੰ ਇੱਕ ਪੈਸ਼ਨ ਸੀ ਕਿ ਮੈਂ ਯੂਥ ਲਈ ਕੰਮ ਕਰਨਾ। 17 ਸਾਲ ਮੈਂ ਕੰਮ ਕੀਤਾ। ਮੇਰੇ ਫਾਦਰ ਸਾਹਿਬ ਨੇ 40 ਸਾਲ, ਸੋ ਜੇ ਆਪਾਂ ਦੇਖੀਏ 57 years I have served in this party। ਤੇ ਅੱਜ ਬੜੀ ਦੁੱਖ ਦੀ ਗੱਲ ਆ ਲੱਗਦੀ ਹੈ, ਮੈਂ ਪਹਿਲੀ ਵਾਰੀ ਮੈਂ ਸ਼ੇਖਾਵਤ ਸਾਹਿਬ ਨੂੰ ਮਿਲਿਆ, ਅੱਜ ਤੋਂ ਮਹੀਨਾ ਪਹਿਲੇ ਦੀ ਗੱਲ ਹੈ। ਆਈ ਗॉट ਅ ਚਾਂਸ ਟੂ ਮੀਟ ਹਿਮ। ਮੈਨੂੰ ਬੜੇ ਹੰਬਲ ਲੱਗੇ। ਮੈਂ ਕਿਹਾ ਵੀ ਇਦਾਂ ਦੀ ਸ਼ਖਸੀਅਤ ਸਾਡੇ ਕਾਂਗਰਸ 'ਚ ਕਿਉਂ ਨਹੀਂ ਹੈਗੀ। ਐਂਡ ਇਨਫੈਕਟ ਇੱਕ ਹੋਰ ਮੈਂ ਤੁਹਾਨੂੰ ਪ੍ਰੈਕਟੀਕਲ ਐਕਸਪੀਰੀਅੰਸ ਦੱਸਦਾ। ਕੱਲ ਸਾਡੇ ਰਾਹੁਲ ਗਾਂਧੀ ਜੀ ਆਏ ਸੀ ਲੁਧਿਆਣਾ ਰੈਲੀ ਦੇ ਵਿੱਚ। ਮੈਂ ਉੱਥੇ ਰੈਲੀ 'ਚ ਗਿਆ ਐਂਡ ਸਟੇਟ ਵੇ ਆਈ ਟੋਲਡ ਹਿਮ, ਮੈਂ ਕਿਹਾ ਸਰ ਆਈ ਐਮ ਗੋਇੰਗ ਟੂ ਰਿਜ਼ਾਈਨ ਫਰਮ ਯੂਰ ਪਾਰਟੀ। ਕਹਿੰਦੇ ਵੀ ਵਾਟ ਹੈਪਨਡ? ਮੈਂ ਕਿਹਾ ਸਰ ਆਈ ਐਮ ਨਾਟ ਹੈਪੀ। ਕਹਿੰਦੇ ਕੀ ਗੱਲ ਹੋਈ? ਮੈਂ ਕਿਹਾ ਸਰ ਜੇ ਮੇਰੇ ਵਰਗੇ ਡਿਜ਼ਰਵਿੰਗ ਕੈਂਡੀਡੇਟਸ ਨੂੰ ਇਗਨੋਰ ਕੀਤਾ ਜਾਏਗਾ, ਕੋਈ ਲੀਡਰਸ਼ਿਪ ਲੈ ਕੇ ਆਪਾਂ ਗੱਲ ਕਰਦੇ ਆ ਕਿ ਬਈ ਇੱਕ ਪਰਿਵਾਰ 'ਚ 2-2 ਟਿਕਟਾਂ ਨਹੀਂ ਦੇਣੀਆਂ, ਉਹ ਜਿਹੜਾ ਬਲੱਡ ਰਿਲੇਸ਼ਨ ਉਹਨੂੰ ਆਪਾਂ ਅੱਗੇ ਨਹੀਂ ਉਹੀ ਕੁਝ ਹੋਇਆ, ਉਹੀ ਕੁਝ ਦੇਖਿਆ। ਮੈਂ ਵੀ ਟਿਕਟ ਦਾ ਐਸਪੀਰੈਂਟ ਸੀਗਾ, ਪਰ ਮੈਂ ਦੇਖਿਆ ਕਿ ਇੱਥੇ ਯੂਥ ਦੀ ਡਿਵੈਲਪਮੈਂਟ ਨਹੀਂ ਹੈ ਕਿਉਂਕਿ ਪਿਛਲੇ 5 ਸਾਲ 'ਚ ਕੋਈ ਯੂਥ ਦੀ ਪਾਲਿਸੀ ਨਹੀਂ ਸਾਨੂੰ ਲੈ ਕੇ ਭਾਜੀ ਅਸੀਂ ਆਪਣੇ ਦੌਰ ਤੇ ਆਪ ਲੈ ਕੇ ਆਏ। ਜਦ ਮੈਂ BJP ਨੂੰ ਜੇ ਮੈਂ ਆਈਡੀਓਲੋਜੀਜ਼ ਦੇਖੀਆਂ, ਸਾਡੇ ਮੋਦੀ ਸਾਹਿਬ ਜਿਹੜੇ ਪ੍ਰਾਈਮ ਮਿਨਿਸਟਰ ਹੈ, ਜੋ ਉਹਨਾਂ ਦੀ ਆਈਡੀਓਲੋਜੀਜ਼ ਅਸੀਂ ਦੇਖੀਆਂ ਤੇ ਆਈ ਵਾਸ ਵੈਰੀ ਮਚ ਇੰਪ੍ਰੈਸਡ ਫਰਮ ਦੈਟ। ਸਿੱਖਾਂ ਲਈ ਉਹਨਾਂ ਨੇ ਕਿਵੇਂ ਕੀਤਾ, ਜਿਵੇਂ ਟਿੱਕਾ ਸਾਹਿਬ ਨੇ ਦੱਸਿਆ ਕਿ ਕਿਵੇਂ ਇਤਿਹਾਸਿਕ ਫੈਸਲੇ ਲਏ ਗਏ ਉਹਨਾਂ ਨੇ, तो आई वॉज वेरी मच इंप्रेस्ड। और फिर जब मैं इत्थे लीडरशिप नूं मिलिया, मैं शेखावत जी नूं मैं होर इंप्रेस होया कि हाँ साडे वर्गी जिहड़े मेहनती यूथ है, क्योंकि मैनूं मौका भी मिलिया। आई वॉज ऑल्सो गवर्निंग मैंबर ऑफ द DBB, डिस्ट्रिक्ट ब्यूरो ऑफ इंप्लॉयमेंट। ਅਸੀਂ ਜਾ ਕੇ ਜੌਬ ਫੇਅਰ ਲਵਾਉਂਦੇ ਸੀਗੇ, ਪਰ ਦੇਖਦੇ ਸੀਗੇ ਸਾਨੂੰ ਕੋਈ ਐਸੋਸੀਏਸ਼ਨ ਨਹੀਂ ਹੈ ਸਰਕਾਰ ਵੱਲੋਂ। ਪਰ ਅੱਜ ਮੈਨੂੰ ਪੂਰੀ ਉਮੀਦ ਹੈ ਕਿ ਆਈ ਹੈਵ ਕੇਮ ਟੂ ਦ ਰਾਈਟ ਪਾਰਟੀ। ਚਲੋ ਮੈਨੂੰ ਐਕਸਪੀਰੀਅੰਸ ਮਿਲਿਆ, ਹਰੇਕ ਦੀ ਲਾਈਫ 'ਚ ਅਪਸ ਐਂਡ ਡਾਊਨ ਆਉਂਦੇ ਆ, ਪਰ ਮੈਂ ਰੱਬ ਨੂੰ ਮੇਰੀ ਦੁਆ ਹੈ ਕਿ ਮੈਨੂੰ ਬੈਟਰ ਹੋਏ ਹੋਰ ਆਪਸ਼ਨ ਮਿਲਣਗੇ ਤਾਂ ਕਿ ਜਿਹੜਾ ਮੇਰੇ ਜਜ਼ਬਾ ਸੀਗਾ, ਇੱਕ ਮੀਡੀਅਮ ਸਧਾਰਨ ਜੇ ਪਰਿਵਾਰ ਜਿਹੜਾ ਬੰਦਾ ਬਾਹਰ ਜਾ ਕੇ ਇੱਕ ਰੀਅਲ ਐਗਜ਼ਾਮਪਲ ਹੈ, ਨਹੀਂ ਤਾਂ ਜ਼ਿਆਦਾਤਰ ਬੱਚੇ ਬਾਹਰ ਜਾਂਦੇ ਕਦੀ ਆਉਂਦੇ ਹੀ ਨਹੀਂ ਹੈ। ਮੈਂ ਆ ਕੇ ਕਿ ਮੈਨੂੰ ਪੈਸ਼ਨ ਸੀ ਕਿ ਇੱਥੇ ਕੇ ਕੰਮ ਕਰਨਾ। ਮੈਨੂੰ 3 ਵਾਰੀ ਮੈਨੂੰ ਯੂਥ ਆਈਕਨ ਦਾ ਅਵਾਰਡ ਮਿਲਿਆ ਬਿਕੋਜ਼ ਆਈ ਹੈਵ ਵਰਕਡ entirely my whole career
ਕਿ ਡਰੱਗਸ ਨੂੰ ਕਿਵੇਂ ਦੂਰ ਕਰਨਾ ਹੈ। ਤੋ ਅੱਜ ਜੇ ਦੇਖਿਆ ਜਾਵੇ ਮੇਰੇ ਪੇਜ ਤੇ ਵੀ 2-2.5 ਲੱਖ ਯੂਥ ਅਟੈਚਡ ਹੈ। ਸਾਰਿਆਂ ਨੂੰ ਸਵਾਲ ਹੈਗੇ, ਪਰ ਮੈਂ ਇਹੀ ਕਹਿਣਾ ਚਾਹੂੰਗਾ, ਮੈਨੂੰ ਬਾਰ-ਬਾਰ ਮੈਸੇजेस ਆ ਰਹੇ ਸੀਗੇ, ਪਰ ਮੈਂ ਸਾਰੇ ਯੂਥ ਨੂੰ ਇਹੀ ਮੈਸੇਜ ਦੇਣਾ ਚਾਹੂੰਗਾ ਕਿ ਜਿਹੜੀ ਸਕੀਮਾਂ ਵੀ ਲੈ ਕੇ ਆਇਆ 10 ਤੋਂ 15 ਲੱਖ ਯੂਥ ਨੂੰ ਅਸੀਂ ਬੈਨੀਫਿਟ ਕੀਤਾ ਹੈ, ਜਿਹੜੀ ਮੈਂ ਬੋਰਡ ਸਕੀਮ ਲੈ ਕੇ ਆ। ਪਰ ਅੱਜ ਮੈਂ ਉਹਨਾਂ ਨੂੰ ਕਹਿਣਾ ਚਾਹੂੰਗਾ ਕਿ ਇਹ ਕੁਝ ਵੀ ਨਹੀਂ, ਦਿਸ ਇਜ਼ ਨਾਟ ਅ ਐਂਡ, ਦਿਸ ਇਜ਼ ਦ ਸਟਾਰਟਿੰਗ। ਆਈ ਥਿੰਕ ਵੀ ਹੈਵ ਕੇਮ ਟੂ ਦ ਰਾਈਟ ਟਰੈਕ। ਸ਼ਿਕਾਵਤ ਜੀ ਦੀ ਬਲੇਸਿੰਗਸ ਦੇ ਨਾਲ, ਸਾਡੇ ਮੋਦੀ ਸਾਹਿਬ ਦੀ ਬਲੇਸਿੰਗਸ ਦੇ ਨਾਲ ਅਸੀਂ ਯੂਥ ਲਈ ਹੋਰ ਪਾਲਿਸੀਜ਼ ਲੈ ਕੇ ਆਵਾਂਗੇ। ਜਿਵੇਂ ਯੂਥ ਨੂੰ ਜੌਬ ਚਾਹੀਦੀ ਹੈ, ਅਸੀਂ ਫੈਕਟਰ ਦੇਖਦੇ ਕਿ ਯੂਥ ਬਾਹਰ ਜਾ ਰਹੀ ਹੈ, ਬ੍ਰੇਨਸਟਾਰਮ ਹੋ ਰਿਹਾ, ਅਸੀਂ ਉਹਨੂੰ ਵੀ ਸਟਾਪ ਕਰਾਂਗੇ। ਔਰ ਸਪੋਰਟਸ ਨੂੰ ਅਸੀਂ ਵੱਧ ਤੋਂ ਵੱਧ ਇਹਨੂੰ ਪ੍ਰਮੋਟ ਕਰਾਂਗੇ ਤਾਂ ਕਿ ਜਿਹੜਾ ਨਸ਼ਾ ਜਿਹੜਾ ਹੈ, ਡਰੱਗਸ ਹੈ, ਉਹਨੂੰ ਅਸੀਂ ਇਵੈਕੂਏਟ, ਉਹਨੂੰ ਅਸੀਂ ਦੂਰ ਕਰੀਏ ਤਾਂ ਕਿ ਸਾਡਾ ਜਿਹੜਾ ਪੰਜਾਬ ਹੈ ਉਹ ਇੱਕ ਵਾਰੀ ਦੁਬਾਰਾ ਫਿਰ ਰੰਗਲਾ ਪੰਜਾਬ ਬਣ ਪਾਵੇ। ਥੈਂਕ ਯੂ ਜੀ, ਥੈਂਕ ਯੂ ਐਵਰੀਵਨ, ਥੈਂਕ ਯੂ ਆਲ ਦ ਪ੍ਰੈਸ, ਐਪਰੀਸ਼ੀਏਟ ਇਟ ਜੀ। ਥੈਂਕ ਯੂ ਬਿੰਦਰਾ ਸਾਹਿਬ। 4 ਹੋਰ ਸ਼ਖਸੀਅਤਾਂ ਨੇ ਪਾਰਟੀ ਜੁਆਇਨ ਕਰਨੀ ਹੈ, ਥੋੜਾ ਲੇਟ ਸੀ ਇਸ ਕਰਕੇ ਮੈਂ ਤਾਰੂਫ ਤੁਹਾਡੇ ਨਾਲ ਕਰਾ ਦਿੰਦਾ ਹੈ। ਸਰਦਾਰ ਜਗਦੀਪ ਸਿੰਘ ਬਾਦਲ ਜੀ, ਬਾਦਲ ਸਾਹਿਬ ਜਰਾ ਫਤਿਹ ਬੁਲਾ ਦਿਓ। ਜਗਦੀਪ ਸਿੰਘ ਬਾਦਲ ਜੀ ਪੰਜਾਬ ਦੇ ਬਹੁਤ ਜਾਣੇ ਮਾਨੇ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਹਨ। ਇਹਨਾਂ ਦੇ ਪਿਤਾ ਜੀ ਸਰਦਾਰ ਕੇਵਲ ਸਿੰਘ ਬਾਦਲ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 25 ਸਾਲ ਵਾਈਸ ਪ੍ਰੈਜ਼ੀਡੈਂਟ ਰਹੇ। ਇਹਨਾਂ ਦੇ ਦਾਦਾ ਜੀ ਸਰਦਾਰ ਗੁਰਦੇਵ ਸਿੰਘ ਬਾਦਲ ਜੀ 9 ਵਾਰ ਐਮਐਲਏ ਰਹੇ, ਐਗਰੀਕਲਚਰ ਮਿਨਿਸਟਰ ਰਹੇ ਪੰਜਾਬ ਦੇ। ਸੋ ਪੰਜਾਬ ਦੇ ਦਿੱਗਜ ਪਰਿਵਾਰ ਹੈ ਪੰਜਾਬ ਦੀ ਸਿਆਸਤ ਦੇ। ਉਹਨਾਂ ਦੇ ਵਾਰਿਸ ਜਗਦੀਪ ਸਿੰਘ ਬਾਦਲ ਜੀ ਅੱਜ ਭਾਰਤੀ ਜਨਤਾ ਪਾਰਟੀ ਸ਼ਾਮਿਲ ਹੋ ਰਹੇ ਹੈ, ਮੈਂ ਉਹਨਾਂ ਨੂੰ ਵੀ ਜੀ ਆਇਆਂ ਆਖਦਾ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਹੋਰ 3 ਵੱਡੇ ਸੀਨੀਅਰ ਨੇਤਾ ਵੀ ਅੱਜ ਪਾਰਟੀ ਚ ਆ ਰਹੇ ਨੇ। ਕੈਪਟਨ ਗੁਰਜਿੰਦਰ ਸਿੰਘ ਸਿੱਧੂ ਜੀ, ਸਿੱਧੂ ਸਾਹਿਬ ਇੱਧਰ ਬੈਠੇ ਨੇ, ਆਪ ਨੇਵੀ ਚੋਂ ਕੈਪਟਨ ਦੇ ਨਾਤੇ ਰਿਟਾਇਰ ਹੋਏ ਨੇ ਔਰ ਇਸ ਵੇਲੇ ਯਾਨੀ ਅੱਜ ਸਵੇਰ ਤੱਕ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਐਕਸ ਸਰਵਿਸਮੈਨ ਵਿੰਗ ਸੀ ਉਹਦੇ ਪ੍ਰਧਾਨ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਮੈਨੂੰ ਮਨਪ੍ਰੀਤ ਕੌਰ ਨੂੰ ਦਿਓ ਇਜਾਜ਼ਤ ਤੇ ਹੋਰ ਵਧੇਰੇ ਖਬਰਾਂ ਲਈ ਜੁੜੇ ਰਹੋ ਇੰਡੀਆ ਪਲੱਸ USA ਦੇ ਨਾਲ। ਸਤਿ ਸ਼੍ਰੀ ਅਕਾਲ।